ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਕਲਾਸ ਵਿੱਚ ਸਾਰੇ ਜੁੜ ਬੈਠੇ ਗੁਰੂ ਸਵਾਰਿਓ, ਆਪ ਜੀ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਹੋ। ਜਪ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਔਰ ਜਪ ਬਾਣੀ ਦੇ ਜੋ 5 ਖੰਡ ਹਨ ਉਹਨਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਸੰਪੂਰਨ ਕਰਨ ਤੋਂ ਬਾਅਦ ਫਿਰ ਸੰਖੇਪ ਵਿੱਚ ਉਹਨਾਂ ਖੰਡਾਂ ਦੀ ਵਿਚਾਰ ਅਜੇ ਕਰਨੀ ਬਾਕੀ ਹੈ। ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਨਿਭਾ ਰਹੇ ਹਨ। ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਸ ਕਲਾਸ ਨੂੰ ਸ਼ੁਰੂ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਪਜੀ ਸਾਹਿਬ ਦੀ ਜੋ ਆਪਾਂ ਵਿਚਾਰ ਕਰ ਰਹੇ ਹਾਂ ਰਲ ਮਿਲ ਕੇ, ਉਹਦੇ ਹੁਣ ਤੱਕ ਆਪਾਂ 37ਵੀਂ ਪੌੜੀ ਦੇ ਅਖਰੀ ਅਰਥ ਪਿਛਲੀ ਵਾਰੀ ਕੀਤੇ ਸਨ ਔਰ ਸਰਮਖੰਡ ਜਾਂ ਕਹਿ ਲਓ ਸ਼ਰਮਖੰਡ ਦੀ ਅਸੀਂ ਵਿਚਾਰ ਕੀਤੀ ਸੀ। ਅੱਜ ਆਪਾਂ ਉਸ ਤੋਂ ਅੱਗੇ ਤੁਰਨਾ ਹੈ ਤੇ ਕਰਮਖੰਡ ਦੀ ਵਿਚਾਰ ਕਰਨੀ ਹੈ। ਪਰ ਚੁੱਕੇ ਵਿੱਚ ਕੁਝ ਦਿਨ ਪੈ ਚੁੱਕੇ ਹਨ ਤਾਂ ਆਪਾਂ ਹਲਕਾ ਜਿਹਾ ਵਿਚਾਰ ਬਿਲਕੁਲ ਰਿਵੀਜ਼ਨ ਦੇ ਤੌਰ ਦੇ ਉੱਤੇ ਪਹਿਲੇ 3 ਖੰਡਾਂ ਦੀ ਥੋੜੀ ਵਿਚਾਰ ਕਰ ਲਈਏ ਤਾਂ ਕਿ ਅੱਗੋਂ ਲੜੀ ਜੋੜਨ ਦੇ ਵਿੱਚ ਸਾਨੂੰ ਸੌਖਿਆਈ ਹੋ ਸਕੇ। ਤਾਂ ਆਪਾਂ ਇਹ ਸਮਝਿਆ ਸੀ ਕਿ ਧਰਮਖੰਡ ਉਹ ਅਵਸਥਾ ਹੈ ਜਿੱਥੇ ਧਰਮ ਦੇ ਰਸਤੇ ਚੱਲਣ ਵਾਲੇ ਜਗਿਆਸੂ ਨੂੰ ਇਹ ਸੋਝੀ ਪੈਦਾ ਹੁੰਦੀ ਹੈ ਕਿ ਇਹ ਧਰਤੀ ਜੋ ਹੈ ਇਹ ਧਰਮ ਕਮਾਉਣ ਦੀ ਥਾਂ ਹੈ, ਧਰਮਸ਼ਾਲ ਹੈ। ਅਕਾਲ ਪੁਰਖ ਨੇ ਧਰਮ ਕਮਾਉਣ ਵਾਸਤੇ ਥਾਪੀ ਹੈ ਔਰ ਸਾਡਾ ਇੱਥੇ ਜੋ ਜੀਵਨ ਹੈ ਉਹਦੀ ਜਿਹੜੀ ਪਰਖ ਹੈ, ਉਹਦੀ ਇਵੈਲੂਏਸ਼ਨ ਹੈ, ਉਹ ਸਿਰਫ ਕਰਮਾਂ ਦੇ ਸਿਰ ਤੇ ਹੀ ਹੋਣੀ ਹੈ। ਕੋਈ ਵੀ ਇਸ ਪਰਖ ਤੋਂ ਬਚ ਨਹੀਂ ਸਕਦਾ, ਇਹ ਲਾਜ਼ਮੀ ਹੈ। ਤੇ ਨਿਆਂ ਵੀ ਪੂਰਾ ਹੋਣਾ ਹੈ, ਉਕਾਈ ਵੀ ਕੋਈ ਨਹੀਂ, ਲਿਹਾਜ਼ ਵੀ ਕੋਈ ਨਹੀਂ ਤੇ ਓਲਾ ਵੀ ਕੋਈ ਨਹੀਂ। ਅਸੀਂ ਕੁਝ ਛੁਪਾ ਨਹੀਂ ਸਕਦੇ। ਉਸ ਅਕਾਲ ਪੁਰਖ ਦਾ ਜੋ ਨਿਆਂ ਹੈ ਉਹ ਪੂਰਾ ਹੈ। ਨਾਲ ਹੀ ਸਤਿਗੁਰੂ ਨੇ ਇਹ ਸਮਝਾਇਆ ਸੀ ਕਿ ਉਹਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਣ ਲਈ ਉਹਦੀ ਮਿਹਰ ਦੀ ਲੋੜ ਹੁੰਦੀ ਹੈ। ਉਸ ਤੋਂ ਬਿਨਾਂ ਅਸੀਂ ਉਹਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋ ਸਕਦੇ। ਸੋ ਧਰਮਖੰਡ ਵਿੱਚ ਪਹੁੰਚਣ ਲਈ, ਇਹਦੇ ਉੱਤੇ ਅਮਲ ਕਰਨ ਲਈ, ਇਹ ਸੋਝੀ ਡਿਵੈਲਪ ਕਰਨ ਲਈ ਤਾਂ ਕਿ ਸਾਨੂੰ ਆਪਣੇ ਜੀਵਨ ਮਨੋਰਥ ਦੀ ਸੋਝੀ ਆਏ, ਉਸ ਅਕਾਲ ਪੁਰਖ ਦੀ ਮਿਹਰ ਦੀ ਲੋੜ ਹੁੰਦੀ ਹੈ। ਉਸ ਤੋਂ ਬਿਨਾਂ ਅਸੀਂ ਇਸ ਰਸਤੇ ਤੇ ਨਹੀਂ ਤੁਰ ਸਕਦੇ। ਉਹਦੇ ਮਿਹਰ ਹੋਣ ਦੇ ਨਾਲ ਸਾਨੂੰ ਹੁਕਮ ਦੀ ਸੋਝੀ ਪ੍ਰਾਪਤ ਹੁੰਦੀ ਹੈ, ਰਜ਼ਾ ਵਿੱਚ ਰਹਿਣ ਦੀ ਸੋਝੀ ਪ੍ਰਾਪਤ ਹੁੰਦੀ ਹੈ, ਬਲ ਬੁੱਧੀ ਮਿਲਦੀ ਹੈ। ਤਾਂ ਇਹ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਣੀ, ਇਹ ਸੋਝੀ ਪੈਦਾ ਹੋਣੀ ਕਿ ਧਰਤੀ ਤੇ ਆ ਕੇ ਅਸੀਂ ਉਹਦੇ ਹੁਕਮ ਵਿੱਚ ਜੀਵਨ ਜਿਉਣਾ ਹੈ, ਉਹਦੀ ਰਜ਼ਾ ਦਾ ਜੀਵਨ ਜਿਉਣਾ ਹੈ। ਇਹ ਸੋਝੀ ਦੇ ਉੱਤੇ ਅਮਲ ਕਰਨ ਨਾਲ ਹੀ ਮਿਹਰ ਦੀ ਪ੍ਰਾਪਤੀ ਹੁੰਦੀ ਹੈ ਤੇ ਮਿਹਰ ਦੀ ਪ੍ਰਾਪਤੀ ਦੇ ਨਾਲ ਹੀ ਸਾਡੇ ਧਾਰਮਿਕ ਆਤਮਿਕ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ। ਤੇ ਇਸ ਤੋਂ ਅੱਗੇ ਸਤਿਗੁਰਾਂ ਨੇ ਗਿਆਨ ਖੰਡ ਦੀ ਗੱਲ ਕੀਤੀ ਹੈ ਕਿ ਜਿਹੜੀ ਧਰਮ ਖੰਡ ਵਿੱਚ ਪੈਦਾ ਹੋਈ ਸੋਝੀ ਹੈ, ਉਹਦਾ ਸਿੱਧਾ ਨਤੀਜਾ ਇਹ ਹੁੰਦਾ ਹੈ ਕਿ ਜਦੋਂ ਇਹ ਸੋਝੀ ਪੈਦਾ ਹੋ ਜਾਂਦੀ ਹੈ ਕਿ ਮੈਂ ਧਰਮ ਕਮਾਉਣਾ ਹੈ ਤਾਂ ਜੀਵਨ ਦੇ ਵਿੱਚ ਤਬਦੀਲੀ ਸ਼ੁਰੂ ਹੋ ਜਾਂਦੀ ਹੈ।
ਫਿਰ ਸਤਿਗੁਰੂ ਕਹਿੰਦੇ ਹਨ ਕਿ ਉਹਦਾ ਨਜ਼ਰੀਆ ਵਿਸ਼ਾਲ ਹੁੰਦਾ ਹੈ, ਆਪਣੇ ਤੋਂ ਬਾਹਰ ਹੁੰਦਾ ਹੈ, ਵੱਡਾ ਹੁੰਦਾ ਹੈ, ਸਵਾਰਥ ਦੀ ਗੰਢ ਖੁੱਲ੍ਹਦੀ ਹੈ। ਕੁਦਰਤ ਵਿੱਚ ਵਰਤ ਰਹੇ ਅਕਾਲ ਪੁਰਖ ਦੇ ਕੌਤਕਾਂ ਦੀ ਸਮਝ ਲੱਗਣੀ ਸ਼ੁਰੂ ਹੁੰਦੀ ਹੈ। ਆਨੰਦ ਦੀ ਅਵਸਥਾ ਪੈਦਾ ਹੁੰਦੀ ਹੈ ਤੇ ਵਿਸਮਾਦ ਪੈਦਾ ਹੁੰਦਾ ਹੈ। ਇਸ ਅਵਸਥਾ ਨੂੰ ਸਤਿਗੁਰਾਂ ਨੇ ਗਿਆਨ ਦੀ ਅਵਸਥਾ ਕਿਹਾ ਹੈ, ਜਿਹਦੇ ਵਿੱਚ ਸਤਿਗੁਰਾਂ ਨੇ ਲਫ਼ਜ਼ ਵਰਤਿਆ ਕਿ ਗਿਆਨ ਪ੍ਰਚੰਡ ਹੁੰਦਾ ਜਾਂਦਾ ਤੇ ਪ੍ਰਚੰਡ ਹੋ ਕੇ ਜਿਉਂ-ਜਿਉਂ ਸਮਝ ਵੱਧਦੀ ਹੈ ਇਸ ਕੁਦਰਤ ਦੀ ਤੇ ਕੁਦਰਤ ਦੇ ਥਰੂ ਕਾਦਰ ਦੀ ਜੋ ਸਮਝ ਵੱਧਦੀ ਹੈ, ਉਹਦੀ ਸਾਡੀ ਸੋਝੀ ਪੈਦਾ ਹੁੰਦੀ ਹੈ ਅਕਾਲ ਪੁਰਖ ਬਾਰੇ, ਤਾਂ ਇਹ ਵਿਸਮਾਦ ਅਵਸਥਾ ਤੱਕ ਲੈ ਜਾਂਦੀ ਹੈ। ਤੋ ਗਿਆਨ ਜੋ ਹੈ ਉਹ ਸਾਨੂੰ ਆਪਣੇ ਰਸਤੇ ਤੋਂ ਥਿੜਕਣ ਤੋਂ ਰੋਕਦਾ ਹੈ। ਰਸਤੇ ਜਿਹੜੀਆਂ ਔਕੜਾਂ ਰੁਕਾਵਟਾਂ ਆਉਂਦੀਆਂ ਹਨ, ਜੋ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਚਾਹੇ ਅਸੀਂ ਵਹਿਮ ਭਰਮ ਕਰ ਲਈਏ, ਸਾਡੀਆਂ ਗਲਤ ਸੋਚਾਂ ਹੋਣ, ਗਲਤ ਰਸਤੇ ਤੇ ਅਸੀਂ ਅਟਰੈਕਟ ਹੋ ਕੇ ਤੁਰ ਜਾਈਏ, ਤਾਂ ਗਿਆਨ ਸਾਨੂੰ ਉਹਨਾਂ ਦੇ ਉੱਤੇ ਚੱਲਣ ਤੋਂ ਰੋਕਦਾ ਹੈ, ਸਮਝਾਉਂਦਾ ਹੈ, ਬਚਾਉਂਦਾ ਹੈ। ਤੋ ਇਹ ਜਿਹੜਾ ਗਿਆਨ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ, ਇਹ ਕੋਈ ਕਿਤਾਬੀ ਗਿਆਨ ਨਹੀਂ ਹੈ ਜਿਹੜੀ ਅਸੀਂ ਕਿਤਾਬਾਂ ਦੇ ਵਿੱਚੋਂ ਪ੍ਰਾਪਤ ਕਰ ਲਈਏ ਜਾਂ ਚਾਰ ਬੰਦਿਆਂ ਤੋਂ ਪੁੱਛ ਕੇ ਪ੍ਰਾਪਤ ਕਰ ਲਈਏ। ਇਹ ਗਿਆਨ ਅਨੁਭਵ ਗਿਆਨ ਹੈ, ਔਰ ਅਨੁਭਵ ਗਿਆਨ ਜਿਹੜਾ ਹੈ ਉਹਦੇ ਪ੍ਰਾਪਤ ਹੋਣ ਦਾ ਇੱਕੋ ਹੀ ਰਸਤਾ ਹੈ, ਅਕਾਲ ਪੁਰਖ ਦੇ ਦੱਸੇ ਰਾਹ ਤੇ ਉਹਦੇ ਹੁਕਮ ਵਿੱਚ ਰਜ਼ਾ ਵਿੱਚ ਤੁਰਨਾ ਤੇ ਨਾਮ ਸਿਮਰਨ ਦੇ ਵਿੱਚ ਜੁੜਨਾ। ਨਾਮ ਸਿਮਰਨ ਦੇ ਜੁੜਨ ਦੇ ਨਾਲ ਹੀ ਗਿਆਨ ਦੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ ਸਰਮ ਖੰਡ ਜਾਂ ਸ਼ਰਮ ਖੰਡ, ਜਿਹਦਾ ਅਰਥ ਹੈ ਕਿ ਇਹ ਮਿਹਨਤ ਦਾ ਉਦਮ ਦਾ ਖੰਡ ਹੈ। ਇਹ ਉਹ ਅਵਸਥਾ ਹੈ ਜਿਹਦੇ ਵਿੱਚ ਜੀਵਨ ਦੀ ਘਾੜਤ ਘੜੀ ਜਾਂਦੀ ਹੈ। ਪੁਰਾਣੀਆਂ ਜੋ ਘਾੜਤਾਂ ਦੀ ਹੁਣ ਲੋੜ ਨਹੀਂ ਹੈ, ਜਿਹੜੇ ਸਾਡੇ ਔਗਣ ਹਨ, ਜਿਹੜੇ ਸਾਡੇ ਗਲਤ ਵਿਸ਼ਵਾਸ ਹਨ, ਸਾਡੇ ਪਰਸਨੈਲਿਟੀ ਡਿਫੈਕਟਸ ਹਨ, ਸਾਡੀਆਂ ਗਲਤ ਸੋਚਾਂ ਹਨ, ਗਲਤ ਬਲੀਫਸ ਹਨ, ਉਹਨਾਂ ਸਾਰਿਆਂ ਦੀ ਉਹਨੂੰ ਤੋੜਿਆ ਜਾਂਦਾ ਹੈ, ਉਹ ਖਤਮ ਹੁੰਦੇ ਹਨ ਤੇ ਨਵੇਂ ਸੁਚੱਜੇ ਸਤਿਗੁਰੂ ਦੱਸਦੇ ਹਨ ਕਿ ਐਸੀ ਘਾੜਤ ਘੜੀ ਜਾਂਦੀ ਹੈ ਕਿ ਪੁਰਾਣੀਆਂ ਕਦਰਾਂ ਕੀਮਤਾਂ ਸਾਡੀਆਂ ਖਤਮ ਹੋ ਜਾਂਦੀਆਂ ਹਨ ਤੇ ਅਕਾਲ ਪੁਰਖ ਦੇ ਗੁਣਾਂ ਦੇ ਨਾਲ ਜੁੜਨ ਦੀ ਜੋ ਸਮਰੱਥਾ ਹੈ ਉਹ ਵੱਧ ਜਾਂਦੀ ਹੈ, ਫਿਰ ਬੰਦਾ ਉਧਰ ਜੁੜਨਾ ਸ਼ੁਰੂ ਹੋ ਜਾਂਦਾ। ਤੋ ਇਹ ਬੜਾ ਔਖਾ ਮਿਹਨਤ ਦਾ ਖੰਡ ਹੈ, ਜਦੋਂ ਅਸੀਂ ਅਕਾਲ ਪੁਰਖ ਦੀ ਮਿਹਰ ਦੇ ਨਾਲ, ਉਹਦੇ ਬਖਸ਼ੇ ਗਿਆਨ ਦੇ ਨਾਲ ਅਸੀਂ ਆਪਣੇ ਜੀਵਨ ਦੀ ਘਾੜਤ ਘੜਦੇ ਹਾਂ। ਤੋ ਇਹ ਔਖਾ ਵੀ ਕੰਮ ਹੈ, ਦਰਦਨਾਕ ਵੀ ਕੰਮ ਹੈ, ਪੀੜਾ ਦਾ ਵੀ ਕੰਮ ਹੈ, ਔਰ ਕਰਨਾ ਆਪ ਨੂੰ ਹੀ ਪੈਣਾ ਹੈ। ਹਾਂ, ਇਹ ਠੀਕ ਹੈ ਕਿ ਅਸੀਂ ਆਪਣੇ ਆਪ ਵਿੱਚ ਨਹੀਂ ਕਰ ਸਕਦੇ ਜਦ ਤੱਕ ਅਕਾਲ ਪੁਰਖ ਦੀ ਬਖਸ਼ਿਸ਼ ਨਾ ਹੋਵੇ, ਪਰ ਇਹਦਾ ਐਂਡ ਰਿਜ਼ਲਟ ਇਹ ਹੈ, ਸਤਿਗੁਰੂ ਕਹਿੰਦੇ ਹਨ ਕਿ ਜੋ ਜੀਵਨ ਦੀ ਘਾੜਤ ਘੜੀ ਜਾਂਦੀ ਹੈ ਉਹ ਅਤ ਸੁੰਦਰ ਤੇ ਅਤ ਅਨੂਪ ਹੈ, ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਇਹ ਪੂਰੀ ਘਾੜਤ ਹੈ, ਇਹਦੇ ਵਿੱਚੋਂ ਕੋਈ ਚੀਜ਼ ਬਾਕੀ ਨਹੀਂ ਬਚਦੀ। ਸੁਰਤ, ਮਤ ਤੇ ਮਨ, ਬੁੱਧ, ਇਹਨਾਂ ਤਿੰਨਾਂ ਦੀ ਘਾੜਤ ਹੁੰਦੀ ਹੈ ਤੇ ਜਦੋਂ ਇਹ ਤਿੰਨਾਂ ਦੀ ਨਵੇਂ ਸਿਰੇ ਤੋਂ ਘਾੜਤ ਹੋ ਜਾਏ ਤਾਂ ਸਮਝ ਲਓ ਕਿ ਹੁਣ ਫਿਰ ਪੁਰਾਣਾ ਬਾਕੀ ਕੁਝ ਵੀ ਨਹੀਂ ਬਚਦਾ। ਨਾ ਪੁਰਾਣੇ ਔਗਣ, ਨਾ ਕਮੀਆਂ, ਨਾ ਹਉਮੈ, ਨਾ ਪੰਜ ਵਿਕਾਰ। ਮਤਲਬ ਇਹ ਹੈ ਕਿ ਉਹ ਘਾੜਤ ਹੈ ਜਿਹੜੀ ਅੱਤ ਦੀ ਮਿਹਨਤ, ਅੱਤ ਦੀ ਕੁਰਬਾਨੀ, ਅੱਤ ਦੀ ਲਗਨ ਮੰਗਦੀ ਹੈ। ਤੇ ਇਸ ਘਾੜਤ ਦੇ ਨਾਲ ਹੀ, ਇਹਦੇ ਪੂਰੇ ਹੋਣ ਦੇ ਨਾਲ ਹੀ ਅਗਲੀ ਜੋ ਅਵਸਥਾ ਆਉਂਦੀ ਹੈ ਉਹ ਸਤਿਗੁਰੂ ਇਸ ਪੌੜੀ ਦੇ ਵਿੱਚ ਡਿਸਕ੍ਰਾਈਬ ਕਰ ਰਹੇ ਹਨ, ਜਿਹਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਪਰ ਆਓ ਇੱਕ ਵਾਰ ਇਹਦਾ ਪਾਠ ਮੁੜ ਕੇ ਕਰ ਲਈਏ ਤਾਂ ਕਿ ਅੱਜ ਦੀ ਵਿਚਾਰ ਦੇ ਵਿੱਚ ਜੋ ਹੈ ਸਾਨੂੰ ਸਖਿਆਈ ਰਵੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਇਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਭਾਵਾਏ, ਤਾਕੇ ਰੂਪ ਨਾ ਕਥਨੇ ਜਾਏ, ਨਾਉ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਏ।
तिथै भगत वसै केलो, करै आनंद सच्चा मन सोए। तो इत्थे तक सतगुरु जी ने ਕਰਮਖੰਡ ਦੀ ਗੱਲ ਕੀਤੀ ਹੈ। ਇਸ ਤੋਂ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਸੱਚਖੰਡ ਦੀ ਗੱਲ ਸ਼ੁਰੂ ਕਰਦੇ ਹਨ। तो हाले ਆਪਾਂ ਕਰਮਖੰਡ ਦੇ ਵਿਚਾਰ ਕਰ ਰਹੇ ਹਾਂ। तो ਸਤਿਗੁਰੂ ਜੀ ਨੇ ਜਦੋਂ ਕਰਮਖੰਡ ਦੀ ਗੱਲ ਕਹੀ ਹੈ ਤਾਂ ਅਰਥ ਇਸ ਦਾ ਇਹ ਹੈ ਕਿ ਜਦੋਂ ਅਸੀਂ ਸਾਡੇ ਜੀਵਨ ਦੀ ਉਹ ਘਾੜਤ ਘੜੀ ਗਈ ਜਿਹਦੇ ਵਿੱਚੋਂ ਸਾਡੇ ਸਾਰੇ ਔਗਣ ਉਹ ਘੜੇ ਜਾ ਕੇ ਗੁਣ ਬਣ ਗਏ, ਅਕਾਲੀ ਗੁਣ ਸਾਡੇ ਵਿੱਚ ਆਣੇ ਸ਼ੁਰੂ ਹੋ ਗਏ। ਹਉਮੈ ਜੋ ਹੈ ਉਹ ਇੱਕ ਕਿਸਮ ਨਾਲ ਅਸੀਂ ਕਹੀਏ ਕਿ ਹੁਣ ਹਉਮੈ ਸਾਡੇ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੀ। ਤਾਂ ਫਿਰ ਇਸ ਰਸਤੇ ਦੇ ਉੱਤੇ ਸਾਨੂੰ ਤੁਰਨ ਦਾ ਜੋ ਹੈ ਕਰਮਖੰਡ ਦਾ ਜੋ ਅਵਸਥਾ ਹੈ ਅਸੀਂ ਉਹਦੇ ਵਿੱਚ ਪਹੁੰਚਣ ਦੇ ਯੋਗ ਹੋ ਜਾਂਦੇ। ਤਾਂ ਜਦੋਂ ਅਸੀਂ ਕਰਮਖੰਡ ਦਾ ਅਰਥ ਹੈ ਉਹ ਅਵਸਥਾ ਜਿੱਥੇ ਉਹਦੀ ਮਿਹਰ ਹੁੰਦੀ ਹੈ। ਤਾਂ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਹ ਅਵਸਥਾ ਹੈ ਜਿਹਦੇ ਵਿੱਚ ਅਕਾਲ ਪੁਰਖ ਦੀ ਮਿਹਰ ਮਿਲਣੀ ਹੈ ਤਾਂ ਫਿਰ ਕੀ ਇਸ ਤੋਂ ਪਹਿਲਾਂ ਅਕਾਲ ਪੁਰਖ ਦੀ ਮਿਹਰ ਦੀ ਲੋੜ ਨਹੀਂ ਸੀ? ਐਸੀ ਗੱਲ ਨਹੀਂ ਹੈ, ਕਿਉਂਕਿ ਧਰਮਖੰਡ ਦੀ ਪੌੜੀ ਦੇ ਵਿੱਚ ਹੀ ਜਿੱਥੋਂ ਆਪਾਂ ਵਿਚਾਰ ਇਹਨਾਂ ਖੰਡਾਂ ਦੀ ਸ਼ੁਰੂ ਕੀਤੀ ਹੈ ਉੱਥੇ ਸਤਿਗੁਰੂ ਜੀ ਨੇ ਫਰਮਾਇਆ ਹੈ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਨ। ਨਜ਼ਰ ਦੀ ਉਸ ਅਕਾਲ ਪੁਰਖ ਦੀ ਮਿਹਰ ਭਰੀ ਨਜ਼ਰ ਦੀ ਗੱਲ ਤਾਂ ਧਰਮਖੰਡ ਤੋਂ ਹੀ ਸ਼ੁਰੂ ਹੋ ਗਈ। ਸੋ ਜੇ ਜਗਿਆਸੂ ਰਸਤੇ ਦੇ ਵਿੱਚ ਤੁਰ ਰਿਹਾ ਹੈ, ਧਰਮ ਦੇ ਰਾਹ ਦੇ ਉੱਤੇ ਤੁਰ ਰਿਹਾ ਹੈ, ਉਹਨੇ ਤੁਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਉਹਦਾ ਅਰਥ ਸਪਸ਼ਟ ਤੌਰ ਤੇ ਇਹ ਹੈ ਕਿ ਉਹਦੇ ਉੱਤੇ ਅਕਾਲ ਪੁਰਖ ਦੀ ਮਿਹਰ ਹੈ, ਉਹਦੇ ਸਿਰ ਤੇ ਮਿਹਰ ਦਾ ਹੱਥ ਹੈ, ਤਾਂ ਹੀ ਇਸ ਰਸਤੇ ਦੇ ਉੱਤੇ ਉਹ ਤੁਰ ਸਕਦਾ ਹੈ। ਉਸ ਦੀ ਮਿਹਰ ਤੋਂ ਬਿਨਾਂ ਸਾਡੇ ਮਨ ਵਿੱਚ ਵਿਚਾਰ ਵੀ ਨਹੀਂ ਪੈਦਾ ਹੁੰਦੇ। तो इस रस्ते की शुरुआत ही मेहर नाल होनी है। भाई गुरदास जी ने भी आप सारे उन्होंने उस रचना के बारे जानते होगे। चरण शरण गुर एक पैंडा जाए, चल सतगुर कोट पैंडा आज्ञा होए ले। तो इसका अर्थ यही है कि जे जग्यासु एक कदम उठता है तो वह आप उंगल फड़ के अगले कोट पैंडा, कोट कदम जिहड़े साडे ने सानू अगे तोड़दा है। तो फिर चाहे धर्म खंड है, ज्ञान खंड है या शर्म खंड है, मेहर या करम तो हर कदम ते ही साडे नाल है, तां ही असीं अगे तुर सकते हैं। उस तो बिना असीं अगे इस धर्म के रस्ते के उत्ते तो तुर ही नहीं सकते। तो फिर ये की अर्थ होया कि ये जो खंड है ये करम दा ते मेहर दा खंड। आओ हुण आपां इहनूं समझण दे वास्ते एक यतन करिए कि ਜਿਹੜੀ ਵਿਚਾਰ ਆਪਾਂ ਪਿਛਲੀ ਵਾਰੀ ਕੀਤੀ ਸੀ, ਹੁਣ ਅਖਰੀ ਅਰਥ ਤਾਂ ਆਪਾਂ ਨਹੀਂ ਕਰਾਂਗੇ, ਪਰ ਉਹਦੇ ਭਾਵ ਜੋ ਉਹਨਾਂ ਦੇ ਉੱਤੇ ਥੋੜੀ ਜਿਹੀ ਵਿਚਾਰ ਆਪਾਂ ਕਰੀਏ। ਪਹਿਲੀਆਂ ਦੋ ਪੰਕਤੀਆਂ ਹਨ, ਕਰਮਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੈ। ਭਾਵ ਜਦੋਂ ਧਰਮਖੰਡ, ਗਿਆਨਖੰਡ ਅਤੇ ਜਿਹੜੀ ਕਰੜੀ ਘਾਲਨਾ ਸ਼ਰਮਖੰਡ ਦੀ ਹੈ, ਉਹਦੇ ਵਿੱਚੋਂ ਜਦੋਂ ਜਗਿਆਸੂ ਇੱਥੇ ਤੱਕ ਪਹੁੰਚਦਾ ਹੈ ਤਾਂ ਉਹਦਾ ਤਾਂ ਅਸਲ ਵਿੱਚ ਅਰਥ ਹੀ ਇਹ ਹੈ ਕਿ ਇੱਥੇ ਉਹ ਤਾਂ ਹੀ ਪਹੁੰਚਿਆ ਹੈ ਕਿਉਂਕਿ ਜਿਹੜੀ ਪਹਿਲੇ ਸਤਿਗੁਰਾਂ ਨੇ ਕੰਡੀਸ਼ਨ ਲਾਈ ਸੀ ਨਾ ਕਿ ਅਕਾਲ ਪੁਰਖ ਦੇ ਦਰਬਾਰ ਵਿੱਚ ਹੀ ਪਤਾ ਲੱਗਣਾ ਹੈ, ਕੱਚ ਪਕਾਈ ਉੱਥੇ ਪਾਈ। ਤਾਂ ਇਹੋ ਸਮਝ ਲਈਏ ਕਿ ਪਹਿਲੀਆਂ ਸਟੇਜਸ ਦੀ ਪਰਖ ਅਕਾਲ ਪੁਰਖ ਨੇ ਕੀਤੀ ਹੈ, ਤਾਂ ਹੀ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਔਰ ਉਹਦੀ ਨਜ਼ਰ ਹੋਈ, ਮਿਹਰ ਹੋਈ ਸਾਡੇ ਤੇ, ਤਾਂ ਅਸੀਂ ਇੱਥੇ ਤੱਕ ਪਹੁੰਚ ਸਕਦੇ ਹਾਂ, ਅਦਰਵਾਈਜ਼ ਅਸੀਂ ਨਹੀਂ ਪਹੁੰਚ ਸਕਦੇ। ਤੋ ਜਿਹੜਾ ਇੱਥੇ ਪਹੁੰਚਿਆ ਜਗਿਆਸੂ ਹੈ ਉਹ ਇਹ ਸਾਰੀ ਪਰਖ ਦੇ ਵਿੱਚੋਂ ਲੰਘ ਚੁੱਕਾ ਹੈ। ਹੁਣ ਉਹਦੇ ਵਿੱਚ ਕਚਿਆਈ ਕੋਈ ਨਹੀਂ ਹੈ, ਪਕਿਆਈ ਹੈ, ਕਿਉਂਕਿ ਉਹ ਘੜਿਆ ਜਾ ਚੁੱਕਾ ਦੁਬਾਰਾ ਸ਼ਰਮਖੰਡ ਦੇ, ਤਾਂ ਹੀ ਉਹ ਮਿਹਰਖੰਡ ਦੇ ਉੱਤੇ ਪਹੁੰਚੇ। ਤੇ ਸਤਿਗੁਰੂ ਕਹਿੰਦੇ ਹਨ ਕਿ ਹੁਣ ਇਹ ਜਦੋਂ ਮਿਹਰ ਦਾ ਖੰਡ ਹੈ ਤੇ ਇਹਦੇ ਵਿੱਚ ਹੁਣ ਉਸ ਦੇ ਅੰਦਰ ਜੋ ਜ਼ੋਰ ਹੈ, ਉਹ ਇਹਦੀ ਬਣਤਰ ਹੈ, ਉਹਦੀ ਮੁੱਖ ਕਰੈਕਟਰਿਸਟਿਕ, ਉਹਦੀ ਸ਼ਕਤੀਆਂ ਹਨ, ਉਹਦੀ ਤਾਕਤ ਹੈ, ਉਹਦਾ ਜ਼ੋਰ। ਹੁਣ ਉੱਭਰ ਕੇ ਪ੍ਰਚੰਡ ਹੋ ਕੇ ਜਿਹੜਾ ਗੁਰੂ ਜੀ ਨੇ ਸ਼ਬਦ ਵਰਤਿਆ ਹੈ, ਉਹ ਬਾਰ-ਬਾਰ ਵਰਤੀਆਂ ਜਾ ਕੇ ਪੱਕ ਚੁੱਕੀਆਂ ਹਨ
ਪਰ ਇਹ ਕੀ ਇਹ ਉਹ ਸ਼ਕਤੀਆਂ ਜਿਹੜੀਆਂ ਅਸੀਂ ਦੁਨਿਆਵੀ ਸ਼ਕਤੀਆਂ ਜਿਵੇਂ ਅਸੀਂ ਆਪਣੀਆਂ ਡਿਵੈਲਪ ਕਰਦੇ ਹਾਂ ਕਿ ਮੈਂ ਇਹ ਕੀਤਾ ਤੇ ਮੈਂ ਇਹ ਸਿੱਖ ਲਿਆ, ਮੈਂ ਇਹ ਕੀਤਾ ਤੇ ਮੇਰੇ ਵਿੱਚ ਇਹ ਗੁਣ ਆ ਗਿਆ। ਤੇ ਸਤਿਗੁਰੂ ਅਗਲੀ ਪੰਕਤੀ ਦੇ ਵਿੱਚ ਕਲੀਅਰ ਕਰਦੇ ਹਨ ਕਿ ਤਿੱਥੈ ਹੋਰ ਨਾ ਕੋਈ ਹੋਰ। ਹੁਣ ਇਹ ਸ਼ਕਤੀਆਂ ਤਾਂ ਪੈਦਾ ਹੋਈਆਂ ਹਨ ਕਿਉਂਕਿ ਹੁਣ ਉਸ ਦੇ ਅੰਦਰ ਉਸ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਹੋਰ ਨਾ ਕੋਈ ਹੋਰ, ਹੁਣ ਉਹਦੇ ਅੰਦਰ ਹੋਰ ਕੁਝ ਹੈ ਹੀ ਨਹੀਂ ਸਿਵਾਏ ਉਸ ਅਕਾਲ ਪੁਰਖ ਦੇ, ਉਹਦੀ ਪ੍ਰੀਤ ਦੇ, ਉਹਦੀ ਯਾਦ ਦੇ, ਉਹਦੀ ਮਹਿਮਾ ਦੇ, ਉਹਦੀ ਵਡਿਆਈ ਦੇ, ਹੁਣ ਕੁਝ ਵੀ ਨਹੀਂ ਹੈ। ਤਾਂ ਫਿਰ ਇਹਦਾ ਅਰਥ ਇਹ ਹੈ, ਇੱਕ ਹੋਰ ਅਰਥ ਸਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਹੁਣ ਉਹਦੇ ਅੰਦਰ ਕੇਵਲ ਅਕਾਲ ਪੁਰਖ ਹੈ ਇਸ ਅਵਸਥਾ ਦੇ। ਹੁਣ ਉਹਦੇ ਅੰਦਰ ਹਉਮੈ ਦੀ ਕੋਈ ਥਾਂ ਹੀ ਨਹੀਂ ਹੈ, ਉਸ ਤੋਂ ਬਿਨਾਂ ਕੋਈ ਹੈ ਹੀ ਨਹੀਂ ਹੈ। ਸੋ ਚਾਹੇ ਜਗਤ ਵਿੱਚ ਵਰਤੀਆਂ ਜਾਣ ਵਾਲੀਆਂ ਸ਼ਕਤੀਆਂ ਹਨ, ਚਾਹੇ ਆਤਮਿਕ ਰਸਤੇ ਦੀਆਂ ਸ਼ਕਤੀਆਂ ਹਨ, ਉਹ ਹੁਣ ਪ੍ਰਚੰਡ ਹਨ। ਜਿਵੇਂ ਕਿ ਸਤਿਗੁਰਾਂ ਨੇ ਪਹਿਲਾਂ ਕਿਹਾ, ਉਹ ਪ੍ਰਚੰਡ ਹਨ। ਤੇ ਇਹੀ ਜ਼ੋਰ ਦਾ ਅਰਥ ਹੈ ਕਿ ਹੁਣ ਚੁੱਕੇ ਉਹਦੇ ਅੰਦਰ ਅਕਾਲ ਪੁਰਖ ਵਸ ਚੁੱਕਾ ਹੈ, ਤਾਂ ਉਹਦੇ ਸਾਰੇ ਕਿਸਮ ਦੀਆਂ ਸ਼ਕਤੀਆਂ ਅੰਦਰ ਦੀਆਂ ਬਾਹਰ ਦੀਆਂ, ਕਿਉਂਕਿ ਇਹ ਰਿਲੇਟਿਡ ਹੀ ਹਨ, ਜਿਵੇਂ ਅੱਗੇ ਆਪਾਂ ਨੂੰ ਵਿਚਾਰ ਵਿੱਚ ਸਮਝ ਲੱਗੇਗੀ। ਹੁਣ ਉਹਦੇ ਅੰਦਰ ਸ਼ਕਤੀਆਂ ਭਰਪੂਰ ਹੋ ਚੁੱਕੀਆਂ ਹਨ। ਉਹਦੇ ਅੰਦਰ ਕੇਵਲ ਅਕਾਲ ਪੁਰਖ ਦੀ ਯਾਦ ਹੀ ਹੈ, ਉਹਦਾ ਪ੍ਰਤਾਪ ਹੀ ਹੈ, ਹੋਰ ਕੁਝ ਵੀ ਨਹੀਂ ਹੈ। ਤਾਂ ਉਹਦੇ ਅੰਦਰ ਉਹ ਸ਼ਕਤੀਆਂ ਆ ਜਾਂਦੀਆਂ ਹਨ ਜੋ ਅੰਦਰ ਸ਼ਾਇਦ ਸੁੱਤੀਆਂ ਪਈਆਂ ਸਨ, ਤੇ ਅਕਾਲ ਪੁਰਖ ਦੀ ਮਿਹਰ ਦੇ ਨਾਲ ਉਹ ਅਵਸਥਾਵਾਂ ਬਣ ਗਈਆਂ ਹਨ ਤੇ ਜਾਗ ਪਈਆਂ ਹਨ। ਉਹਦੇ ਵਿੱਚ ਅੱਤ ਦਾ ਬਲ ਆ ਜਾਂਦਾ। ਸਤਿਗੁਰੂ ਕਹਿੰਦੇ ਹਨ ਕਿ ਤਿੱਥੈ ਜੋਧ ਮਹਾਬਲ ਸੂਰ। ਜਿਹੜੇ ਇਸ ਅਵਸਥਾ ਵਿੱਚ ਵਸਣ ਵਾਲੇ ਹੁੰਦੇ ਹਨ, ਉਹ ਯੋਧੇ, ਮਹਾਬਲੀ ਤੇ ਵੱਡੇ ਸੂਰਮੇ ਹੁੰਦੇ। ਤਿੰਨ ਮੈਂ ਰਾਮ ਰਿਹਾ ਭਰਪੂਰ, ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਸ ਰਿਹਾ। ਜਦੋਂ ਅਕਾਲ ਪੁਰਖ ਕਿਸੇ ਵਿਅਕਤੀ ਦੇ ਜਗਿਆਸੂ ਦੇ ਅੰਦਰ ਭਰਪੂਰ ਹੋ ਜਾਏ, ਭਰਪੂਰ ਦਾ ਕੀ ਅਰਥ ਹੈ ਕਿ ਅਸੀਂ ਕਿਸੇ ਚੀਜ਼ ਦੇ ਵਿੱਚ ਪਾਣੀ ਪਾਈਏ ਤਾਂ ਜਦੋਂ ਪੂਰਾ ਭਰ ਜਾਂਦਾ, ਪੂਰਾ ਭਰ ਜਾਂਦਾ ਹੈ, ਭਾਵ ਭਰਪੂਰ ਹੋ ਜਾਂਦਾ ਹੈ, ਤਾਂ ਪਾਣੀ ਇੱਥੋਂ ਦੀ ਡੁੱਲਣਾ ਸ਼ੁਰੂ ਹੋ ਜਾਂਦਾ, ਉਹ ਸਟੇਜ ਆ ਜਾਂਦੀ। ਹੁਣ ਉਹਦੇ ਵਿੱਚ ਪਾਣੀ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਅਜਿਹੇ ਵਿਅਕਤੀ ਦੇ ਅੰਦਰ ਰਾਮ ਰਿਹਾ ਭਰਪੂਰ, ਪੂਰਾ ਰਾਮ ਹੀ ਭਰਿਆ ਹੋਇਆ ਹੈ, ਪੂਰਾ ਅਕਾਲ ਪੁਰਖ ਹੀ ਹੈ। ਹੁਣ ਉਹਦੇ ਅੰਦਰ ਹੋਰ ਕਿਸੇ ਚੀਜ਼ ਦੀ ਕੋਈ ਜਗ੍ਹਾ ਨਹੀਂ। ਇਹ ਸਟੇਜ ਆਉਣ ਤੋਂ ਬਾਅਦ ਉਹ ਵਿਅਕਤੀ ਯੋਧਾ, ਮਹਾਬਲੀ ਤੇ ਸੂਰਮਾ ਹੋ ਜਾਂਦਾ। ਇਹ ਸੂਰਮਾ ਹੋ ਜਾਂਦਾ ਹੈ। ਗੱਲ ਅਸੀਂ ਕਰ ਰਹੇ ਹਾਂ ਭਗਤੀ ਦੀ, ਕਿਉਂਕਿ ਜਿਵੇਂ ਪਹਿਲੇ ਜ਼ਿਕਰ ਕੀਤਾ ਹੈ ਕਿ ਜ਼ੋਰ ਹੀ ਇਸ ਕਰਮਖੰਡ ਦਾ ਜੋ ਬਣਤਰ ਹੈ, ਜਾਂ ਅਸੀਂ ਕਹੀਏ ਇਹਦਾ ਮੋਟੋ ਹੈ, ਜ਼ੋਰ ਹੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਕਿਵੇਂ, ਮਤਲਬ ਆਪਾਂ ਸਮਝਾ ਰਹੇ ਹਾਂ ਤੇ ਆਪਾਂ ਸਮਝੀਏ ਵੀ ਇਹ ਕਿਸ ਤਰ੍ਹਾਂ ਕਿ ਉਹਦੇ ਅੰਦਰ ਰਾਮ ਭਰਪੂਰ ਹੋਇਆ ਤੇ ਯੋਧਾ, ਮਹਾਬਲੀ, ਸੂਰਮਾ ਬਣ ਗਿਆ। ਆਪਣੇ ਇਤਿਹਾਸ ਵਿੱਚ ਇੱਕ ਬੜੀ ਸੁੰਦਰ ਸਾਖੀ ਆਉਂਦੀ ਹੈ ਭਾਈ ਬਚਿੱਤਰ ਸਿੰਘ। ਮੈਂ ਰਿਪੀਟ ਨਹੀਂ ਕਰਾਂਗਾ, ਸਿਰਫ ਰੈਫਰੈਂਸ ਹੀ ਦੇਣੀ ਹੈ ਕਿ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਦੇ 5ਵੇਂ ਯੁੱਧ ਸਮੇਂ ਇੱਕ ਹਾਥੀ ਨੂੰ ਤਿਆਰ ਕੀਤਾ ਤਾਂ ਉਹਦਾ ਮੁਕਾਬਲਾ ਕਰਨਾ। ਸਤਿਗੁਰੂ ਜੀ ਦੀ ਨਜ਼ਰ ਪਈ ਭਾਈ ਬਚਿੱਤਰ ਸਿੰਘ ਉੱਤੇ, ਤੇ ਇਤਿਹਾਸ ਦੱਸਦਾ ਹੈ ਕਿ ਭਾਈ ਬਚਿੱਤਰ ਸਿੰਘ ਹਲਕੇ ਸਰੀਰ ਦੇ ਬੜੇ ਫੁਰਤੀਲੇ ਯੋਧੇ ਸਨ, ਜਿਹੜੇ ਹਰ ਕਿਸਮ ਦੇ ਸ਼ਸਤਰ ਚਲਾਉਣ ਦੀ ਬੜੀ ਮਹਾਰਤ ਰੱਖਦੇ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਤਿਆਰ ਹੋ ਜਾ। ਉਹ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੇ 'ਚ ਤਾਂ ਇੰਨਾ ਬਲ ਨਹੀਂ ਹੈ। ਉਹ ਕਹਿੰਦੇ, ਨਹੀਂ, ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਦਿਓ, ਤੁਸੀਂ ਆਪਣਾ ਥਾਪੜਾ ਦੇ ਦਿਓ, ਤੇ ਮੈਂ ਤਾਂ ਹੀ ਇਹ ਕੰਮ ਕਰ ਸਕਦਾ। ਤੇ ਸਤਿਗੁਰਾਂ ਨੇ ਕਿਹਾ, ਸਾਡਾ ਥਾਪੜਾ ਤੇਰੀ ਪਿੱਠ ਤੇ ਹੈ। ਤਾਂ ਉਹਨੇ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ ਫਿਰ ਤਾਂ ਮੈਂ ਇੱਕ ਨਹੀਂ, ਮੈਂ 20 ਹਾਥੀਆਂ ਦਾ ਮੁਕਾਬਲਾ ਕਰ ਸਕਦਾ। ਹੁਣ ਇਹ ਉਹ ਅਵਸਥਾ ਹੈ ਕਿ ਜਿਹਨਾਂ ਦੇ ਅੰਦਰ ਰਾਮ ਹੁੰਦਾ। ਉਹ ਕਹਿੰਦਾ ਮੈਂ ਤਾਂ ਕੁਛ ਨਹੀਂ ਕਰਨ ਜੋਗਾ, ਪਰ ਜਦੋਂ ਅਕਾਲ ਪੁਰਖ ਦਾ ਥਾਪੜਾ ਮਿਲ ਗਿਆ ਤੇ ਫਿਰ ਇੱਕ ਹਲਕੇ ਸਰੀਰ ਦਾ ਬੰਦਾ ਵੀ ਕਹਿ ਰਿਹਾ ਹੈ ਕਿ 20 ਮੈਂ ਹਾਥੀਆਂ ਦਾ ਮੁਕਾਬਲਾ ਕਰ ਲਵਾਂਗਾ। ਤਿੰਨ ਮੈਂ ਰਾਮ ਰਿਹਾ ਭਰਪੂਰ। ਇਹ ਬਲ ਜੋ ਆ ਜਾਂਦਾ ਹੈ ਉਹ ਆਤਮਿਕ ਬਲ ਹੈ। ਅਸੀਂ ਕਿਸੇ ਵੀ ਕੈਲਕੂਲੇਸ਼ਨ ਦੇ ਨਾਲ ਦੇਖ ਲਈਏ, ਇੱਕ ਬੰਦੇ ਦਾ ਬਲ ਤੇ ਹਾਥੀ ਦਾ ਬਲ ਕੋਈ ਗਿਣਤੀ ਦੇ ਵਿੱਚ ਨਹੀਂ ਆ ਸਕਦਾ।
ਪਰ ਭਾਈ ਬਚਿੱਤਰ ਸਿੰਘ ਗਏ ਨੇ ਐਸੇ ਇੱਕ ਇਨਸਾਨ ਦਾ ਖੜੇ ਹੋ ਕੇ ਹਾਥੀ ਦੇ ਸਾਹਮਣੇ ਉਹਦਾ ਮੁਕਾਬਲਾ ਕਰਨ ਲਈ ਖੜੇ ਹੋ ਜਾਣਾ ਹੀ ਇੱਕ ਅੱਤ ਦੀ ਬਹਾਦਰੀ। ਇਹ ਯੋਧਾ ਹੈ, ਮਹਾਬਲੀ ਹੈ, ਸੂਰਮਾ ਹੈ। ਉਹਨਾਂ ਨੇ ਨਾ ਹੀ ਉਹ ਕੀਤਾ ਤੇ ਉਹਨਾਂ ਨੇ ਹਾਥੀ ਨੂੰ ਉਹਦੇ ਮੱਥੇ ਤੇ ਵਾਰ ਵੀ ਕੀਤਾ ਤੇ ਉਹਨੂੰ ਪਿਛਾਂਹ ਵੀ ਮੋੜਿਆ। ਹੁਣ ਇਹ ਦੁਨਿਆਵੀ ਯੁੱਧ ਕਲਾ ਨਹੀਂ ਹੈ, ਇਹ ਦੁਨਿਆਵੀ ਸਰੀਰ ਦੀ ਬਹਾਦਰੀ ਨਹੀਂ ਹੈ, ਇਹ ਮਾਨਸਿਕ ਅਵਸਥਾ ਵੀ ਨਹੀਂ ਹੈ ਜਿਸ ਤਰ੍ਹਾਂ ਦੀ ਸਾਡੇ ਫੌਜੀਆਂ ਦੀ ਬਣਾ ਦਿੱਤੀ ਜਾਂਦੀ ਹੈ ਕਿ ਤੁਸੀਂ ਹਰ ਕਿਸੇ ਦਾ ਮੁਕਾਬਲਾ ਕਰ ਸਕਦੇ ਹੋ। ਨਹੀਂ, ਇਹ ਉਸ ਵਿਅਕਤੀ ਦੀ ਅਵਸਥਾ ਹੈ ਜਿਹਦੇ ਅੰਦਰੋਂ ਆਪਣਾ ਆਪ ਖਤਮ ਹੋ ਚੁੱਕਾ ਹੈ। ਉਹ ਫਿਰ ਜਦੋਂ ਹਾਥੀ ਦੇ ਸਾਹਮਣੇ ਖੜੇ ਹੋਏ ਤਾਂ ਉਹਨਾਂ ਨੂੰ ਫਿਰ ਆਪਣਾ ਆਪ ਨਹੀਂ ਦਿਸਿਆ। ਜੇ ਸਾਡੇ ਵਰਗਾ ਕੋਈ ਬੰਦਾ ਖੜਾ ਹੋਇਆ ਤੇ ਉਹ ਕਹੇਗਾ ਇੱਕ ਪਾਸੇ ਮੈਂ ਖੜਾ, ਇੱਕ ਪਾਸੇ ਹਾਥੀ ਹੈ। ਜਿਵੇਂ ਦੁਨੀ ਚੰਦ ਮਸੰਦ ਨੇ ਕਿਹਾ ਸੀ ਕਿ ਸੱਚੇ ਪਾਤਸ਼ਾਹ ਬੰਦੇ ਦਾ ਤੇ ਹਾਥੀ ਦਾ ਕੀ ਮੁਕਾਬਲਾ। ਪਰ ਭਾਈ ਬਚਿੱਤਰ ਸਿੰਘ ਦੇ ਮਨ ਦੇ ਤਾਂ ਇਹ ਗੱਲ ਹੀ ਨਹੀਂ ਆਈ ਹੈ, ਕਿਉਂਕਿ ਉਹਨਾਂ ਨੂੰ ਆਪਣਾ ਆਪ ਤਾਂ ਦਿਸ ਹੀ ਨਹੀਂ ਰਿਹਾ, ਉਹਨਾਂ ਨੂੰ ਸਿਰਫ ਥਾਪੜਾ ਦਿਸ ਰਿਹਾ। ਉਹ ਐਸੇ ਮਹਾਬਲੀ ਯੋਧਾ ਸੂਰਮੇ, ਇਹ ਦੁਨਿਆਵੀ ਐਗਜ਼ਾਮਪਲ ਹੋ ਗਈ ਕਿਉਂਕਿ ਸਤਿਗੁਰੂ ਨੇ ਸ਼ਬਦ ਵਰਤੇ ਨੇ ਯੋਧਾ ਮਹਾਬਲੀ ਸੂਰਮਾ। ਪਰ ਜਿਹੜਾ ਇਹ ਤਿੰਨਮੈ ਰਾਮ ਰਿਹਾ ਭਰਪੂਰ, ਇਹਦੀ ਸ਼ਕਤੀ ਦਾ, ਇਹਦੇ ਬਲ ਦਾ, ਐਸੇ ਗੁਰਮੁਖ ਦਾ, ਐਸੇ ਕਰਮਖੰਡ ਵਿੱਚ ਪਹੁੰਚ ਚੁੱਕੇ ਵਿਅਕਤੀ ਦਾ ਜੋ ਸੋਰਸ ਹੈ ਉਹ ਇਹੀ ਹੈ ਕਿ ਉਹਦੇ ਅੰਦਰ ਭਰਪੂਰ ਰਾਮ ਵਸ ਰਿਹਾ ਹੈ। ਤਾਂ ਹੀ ਉਹਦੇ ਵਿੱਚ ਇਹ ਸਾਰੀਆਂ ਸ਼ਕਤੀਆਂ ਆਉਂਦੀਆਂ ਹਨ। ਔਰ ਇਹ ਬਾਹਰਲੀਆਂ ਸ਼ਕਤੀਆਂ, ਜਗਤ ਵਿੱਚ ਵਰਤੀਆਂ ਜਾਣ ਵਾਲੀਆਂ ਸ਼ਕਤੀਆਂ ਵੀ ਨਿਰਗੁਣੀਆਂ ਹਨ। ਅਸਲ ਸ਼ਕਤੀ ਇਹਦਾ ਜੋ ਸੋਰਸ ਹੈ ਉਹ ਸੋਰਸ ਅਕਾਲੀ ਸ਼ਕਤੀ ਹੈ, ਆਤਮਿਕ ਸ਼ਕਤੀ ਹੈ, ਹੋਰ ਕੋਈ ਸ਼ਕਤੀ ਨਹੀਂ। ਅੱਗੇ ਸਤਿਗੁਰੂ ਕਹਿੰਦੇ ਹਨ ਤਿੱਥੈ ਸੀਤੋ ਸੀਤਾ ਮਹਿਮਾ ਮਾਈ। ਇਹਦਾ ਅਰਥ ਹੈ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਅਵਸਥਾ ਦੇ ਵਿੱਚ, ਬਖਸ਼ਿਸ਼ ਦੀ ਅਵਸਥਾ ਵਿੱਚ ਪੁੱਜੇ ਹੋਏ ਮਨੁੱਖਾਂ ਦਾ ਮਨ ਅਕਾਲ ਪੁਰਖ ਦੀ ਵਡਿਆਈ ਦੇ ਵਿੱਚ ਸੀਤੋ ਸੀਤਾ ਭਾਵ ਪਰੋਇਆ ਰਹਿੰਦਾ, ਤਾਂ ਕਿ ਰੂਪ ਨਾ ਕਥਨੇ ਜਾਣ। ਹੁਣ ਸਤਿਗੁਰੂ ਅੱਗੇ ਸਾਨੂੰ ਦੱਸ ਚੁੱਕੇ ਹਨ ਕਿ ਜੇ ਵਿਅਕਤੀਆਂ ਵਿੱਚ ਸਰੀਰਕ ਵੀਰਤਾ ਵਿੱਚ ਕਿੱਥੇ ਕਿਸ ਬਲ ਤੱਕ ਦੀ, ਕਿਸ ਹੱਦ ਤੱਕ ਦੀ ਆ ਜਾਂਦੀ ਹੈ। ਜਿਹਦੇ ਅੰਦਰ ਰਾਮ ਭਰਪੂਰ ਹੋਵੇ ਉਹਦੀ ਤਾਂ ਸੁੰਦਰਤਾ ਕਹੀ ਨਹੀਂ ਜਾ ਸਕਦੀ, ਤਾਂ ਕਿ ਰੂਪ ਨਾ ਕਥਨੇ ਜਾਣ। ਜਿਹਦੇ ਜੀਵਨ ਦੇ ਵਿੱਚ ਪ੍ਰਭੂ ਹੋਵੇ, ਜਿਹਦੇ ਕਰਮਾਂ ਦੇ ਵਿੱਚੋਂ ਪ੍ਰਭੂ ਦਿਸੇ, ਜਿਹਦੇ ਬੋਲਾਂ ਦੇ ਵਿੱਚ ਪ੍ਰਭੂ ਹੋਵੇ, ਜਿਹਦੀ ਛੋਹ ਵਿੱਚੋਂ ਪ੍ਰਭੂ ਦੀ ਝਰਨਾਟ ਚੜੇ, ਉਹਦੇ ਤੋਂ ਸੋਹਣਾ ਕੌਣ ਹੋ ਸਕਦਾ ਤੇ ਕੌਣ ਦੱਸ ਸਕਦਾ ਕਿ ਉਹ ਕਿੰਨਾ ਕੁ ਸੋਹਣਾ ਹੈ। ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ। ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਸ ਰਿਹਾ ਹੈ, ਨਾ ਉਹ ਮਰੈ, ਨਾ ਉਹਨਾਂ ਦੀ ਆਤਮਕ ਮੌਤ ਕਦੀ ਹੋ ਸਕਦੀ ਹੈ। ਜਦੋਂ ਰਾਮ ਹੀ ਵਸ ਗਿਆ ਅੰਦਰ ਤੇ ਮੌਤ ਤਾਂ ਨੇੜੇ ਆ ਹੀ ਨਹੀਂ ਸਕਦੀ। ਨਾ ਠਾਗੇ ਜਾਏ, ਨਾ ਉਹਨਾਂ ਤੇ ਮਾਇਆ ਦਾ ਕੋਈ ਅਸਰ ਹੁੰਦਾ। ਹੁਣ ਇੱਥੇ ਤੱਕ ਪਹੁੰਚਦਿਆਂ ਸਤਿਗੁਰੂ ਜੀ ਨੇ ਇੱਕ ਵਾਰੀ ਫਿਰ ਸਾਨੂੰ ਜੀਵਨ ਦਾ ਸੋਮਾ ਦੱਸਿਆ, ਜਿਹਨੇ ਕਿ ਰਾਮ ਵਸੈ ਮਨ ਮਾਈ। ਇਹ ਅਵਸਥਾ ਉਹ ਹੈ ਜਿੱਥੇ ਅੰਦਰ ਰਾਮ ਵਸ ਗਿਆ। ਪਹਿਲੇ ਸਤਿਗੁਰਾਂ ਨੇ ਭਰਪੂਰ ਦੀ ਗੱਲ ਕੀਤੀ ਸੀ, ਹੁਣ ਰਾਮ ਦੇ ਵਸ ਜਾਣ ਦੀ ਗੱਲ ਕੀਤੀ ਹੈ, ਜਿਨ ਕਿ ਰਾਮ ਵਸੈ ਮਨ ਮਾਈ। ਆਪਾਂ ਨੂੰ ਇੱਥੇ ਤੱਕ ਪਹੁੰਚਦਿਆਂ ਹੀ ਸਤਿਗੁਰੂ ਜੀ ਨੇ ਕੀ ਪੰਕਤੀਆਂ ਵਰਤੀਆਂ ਹਨ। ਪਹਿਲੇ ਕਿਹਾ ਕਿ ਜਿੱਥੇ ਹੋਰ ਨਾ ਕੋਈ ਹੋਰ, ਫਿਰ ਦੁਬਾਰਾ ਕਿਹਾ ਤਿੰਨਮੈ ਰਾਮ ਰਿਹਾ ਭਰਪੂਰ, ਫਿਰ ਕਿਹਾ ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਤੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਜਿਨ ਕੇ ਰਾਮ ਵਸੈ ਮਨ। ਅਰਥ ਸਪਸ਼ਟ ਹੈ ਕਿ ਇਹ 10 ਪੰਕਤੀਆਂ ਦਾ ਜਿਹੜਾ ਹਿੱਸਾ ਹੈ ਪੌੜੀ ਦਾ, ਉਹਦੇ ਵਿੱਚ 4 ਵਾਰੀ ਇਹ ਅੱਗੇ ਜਾ ਕੇ ਸਤਿਗੁਰੂ ਜੀ ਫਿਰ ਇੱਕ ਵਾਰੀ ਇਹਦੇ ਬਾਰੇ ਜ਼ਿਕਰ ਕਰਦੇ ਹਨ। ਕਰਮ ਦਾ ਅਰਥ ਹੀ ਇਹ ਹੋਇਆ ਕਿ ਅੰਦਰ ਅਕਾਲ ਪੁਰਖ ਦੀ ਯਾਦ, ਉਹਦੀ ਵਡਿਆਈ, ਜਾਂ ਇਉਂ ਕਹੀਏ ਕਿ ਅਕਾਲ ਪੁਰਖ ਆਪ ਬਜ਼ਾਤੇ ਖੁਦ ਉੱਥੇ ਵਸ ਗਏ ਹੈ। ਤਾਂ ਉਹ ਸਾਡੇ ਅੰਦਰ ਹੀ, ਹਰ ਵਿਅਕਤੀ ਦੇ ਅੰਦਰ ਹੈ, ਚਾਹੇ ਕੋਈ ਪਾਪ ਕਰਨ ਵਾਲਾ, ਕੋਈ ਧਰਮੀ ਹੈ। ਪਰ ਹੁਣ ਉਹ ਰਾਮ ਭਰਪੂਰ ਹੋ ਗਿਆ, ਉਹ ਵਸ ਰਿਹਾ ਜਿਹੜਾ ਹੈ ਅੰਦਰ, ਉਹ ਹੁਣ ਦਿਸ ਰਿਹਾ ਹੈ, ਉਹ ਪ੍ਰਗਟ ਹੋ ਗਿਆ ਹੈ, ਉਹਦੀ ਹੋਂਦ ਦਾ ਸਾਨੂੰ ਅਹਿਸਾਸ ਹੋ ਗਿਆ ਹੈ। ਤੇ ਉਹ ਅਵਸਥਾ ਜਿਹੜੀ ਹੈ, ਸਤਿਗੁਰੂ ਜੀ ਕਹਿ ਰਹੇ ਹਨ ਇਹ ਕਰਮ ਖੰਡ ਹੈ ਜਿਹਦੀ ਬਾਣੀ ਜੀਵਨ ਹੈ। ਜਦੋਂ ਜਗਿਆਸੂ ਦੇ ਅੰਦਰ ਅਕਾਲ ਪੁਰਖ ਜਿਹੜਾ ਹੈ ਉਹ ਪੂਰੀ ਤਰ੍ਹਾਂ ਵਸ ਗਿਆ ਹੈ, ਤੇ ਇਹੀ ਨਿਸ਼ਾਨੀ ਹੈ ਕਿ ਹੁਣ ਕਰਮ ਮੇਰ ਕਿਰਪਾ ਹੋ ਗਈ ਹੈ।
ਇਹੀ ਕਰਮ ਦਾ ਖੰਡ ਹੈ ਜਦੋਂ ਅੰਦਰ ਅਕਾਲ ਪੁਰਖ ਵਸ ਜਾਵੇ। ਭਾਵ ਜਦੋਂ ਅੰਦਰ ਅਕਾਲ ਪੁਰਖ ਵਸ ਜਾਵੇ ਤੇ ਹੋਰ ਕੁਝ ਬਾਕੀ ਹੀ ਨਾ ਰਵੇ, ਤਾਂ ਇਹੀ ਉਹ ਅਵਸਥਾ ਹੈ ਜਿਹਨੂੰ ਅਸੀਂ ਮਿਹਰ ਦੀ ਅਵਸਥਾ ਕਹਿੰਦੇ ਹਾਂ, ਕਿਰਪਾ ਦੀ ਅਵਸਥਾ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਦੀ ਜੋ ਨਜ਼ਰ ਹੈ, ਕਿਰਪਾ ਹੈ, ਮਿਹਰ ਹੈ, ਉਹ ਹੋ ਗਈ। ਤੋ ਇਹ ਅਸੀਂ ਪੂਰੇ ਜੋ ਪੰਕਤੀਆਂ ਦੀ ਵਿਚਾਰ ਕੀਤੀ ਹੈ। ਅੱਗੇ ਲਾਸਟ ਪੰਕਤੀਆਂ ਜਿਹੜੀਆਂ ਦੋ ਨੇ, ਕਹਿੰਦੇ ਹਨ ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੇ। ਤੋ ਉਹਨਾਂ ਦਾ ਜੀਵਨ ਆਨੰਦ ਵਾਲਾ ਹੋ ਜਾਂਦਾ। ਚਾਰ ਪੰਕਤੀਆਂ ਆਪਾਂ ਪਹਿਲਾਂ ਦੇਖੀਆਂ ਨੇ, ਪੰਜਵੀਂ ਵਾਰੀ ਫੇਰ ਸਤਿਗੁਰੂ ਜੀ ਕਹਿ ਰਹੇ ਹਨ ਕਿ ਸੱਚਾ ਮਨ ਸੇ। ਤੋ ਇਹ ਜੋ ਮਿਹਰ ਦਾ ਖੰਡ ਹੈ, ਇਹ ਦਰਅਸਲ ਅੰਦਰ ਹਿਰਦੇ ਦੇ ਵਿੱਚ ਅਕਾਲ ਪੁਰਖ ਦੇ ਭਰਪੂਰ ਹੋਣ ਦਾ ਖੰਡ ਹੈ। ਬਾਕੀ ਜੋ ਸਤਿਗੁਰਾਂ ਨੇ ਵਰਣਨ ਕੀਤਾ ਹੈ ਉਹਦੀਆਂ ਬਰਕਤਾਂ ਹਨ, ਚਾਹੇ ਉਹ ਜੋਧ ਮਹਾਬਲ ਸੂਰ ਦੀ ਹੈ, ਜਾਂ ਨਾਮ ਮਰੈ ਨ ਠਾਗੇ ਜਾਈ। ਇਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਖਾਸੀਅਤਾਂ, ਉਹਨਾਂ ਦੇ ਗੁਣ, ਉਹਨਾਂ ਦੀਆਂ ਜੋ ਅਸੀਂ ਕਹੀਏ ਕਿ ਬਰਕਤਾਂ ਹਨ ਅਕਾਲ ਪੁਰਖ ਦੇ ਅੰਦਰ ਵਸ ਜਾਣ ਦੀਆਂ, ਉਹ ਸਤਿਗੁਰਾਂ ਨੇ ਦੱਸੀਆਂ ਹਨ। ਔਰ ਇਹਦਾ ਨਤੀਜਾ ਹੁੰਦਾ ਹੈ ਕਿ ਅੰਦਰ ਬਾਣੀ ਜ਼ੋਰ ਭਾਵ ਇੱਥੋਂ ਦਾ ਜੋ ਉਹਦਾ ਸ਼ਕਤੀਆਂ ਜਿਹੜੀਆਂ ਜਾਗ ਪਈਆਂ ਹਨ, ਤਾਂ ਉਹਦੀ ਗੱਲ ਸਤਿਗੁਰੂ ਜੀ ਨੇ ਜੋ ਦੱਸੀ ਹੈ ਕਿ ਉਹ ਇੱਥੋਂ ਦਾ ਮੇਨ ਕਰੈਕਟਰਿਸਟਿਕ ਪ੍ਰਗਟ ਤੌਰ ਦੇ ਉੱਤੇ ਜਗਤ ਨੂੰ ਦਿਸਦਾ ਹੈ। ਪਰ ਜਿਹੜਾ ਪਹਿਲਾ ਆਪਾਂ ਸਵਾਲ ਖੜਾ ਕੀਤਾ ਸੀ ਕਿ ਜੇ ਮਿਹਰ ਤੋਂ ਬਿਨਾਂ ਅਸੀਂ ਤੁਰ ਹੀ ਨਹੀਂ ਸਕਦੇ, ਤਾਂ ਫਿਰ ਇਹ ਮਿਹਰ ਖੰਡ ਕਹਿਣ ਦੇ ਪਿੱਛੇ ਸਤਿਗੁਰਾਂ ਦੀ ਕੀ ਮਤਲਬ ਮਨਸ਼ਾ ਹੋ ਸਕਦੀ ਹੈ? ਇਹਨੂੰ ਕਰਮ ਖੰਡ, ਮਿਹਰ ਖੰਡ ਕਿਉਂ ਕਿਹਾ? ਤੋ ਮਿਹਰ ਦੀ ਅਵਸਥਾ ਉਹ ਹੈ ਜਦੋਂ ਮਨੁੱਖ ਨੂੰ ਆਪਣੇ ਆਪ ਦੀ ਹਸਤੀ ਹੀ ਭੁੱਲ ਜਾਂਦੀ ਹੈ, ਮੈਂ ਕੌਣ ਹਾਂ, ਇਹ ਖਤਮ ਹੋ ਗਿਆ, ਤੇ ਬਸ ਉਹਨੂੰ ਸਿਰਫ ਇਹੀ ਅਹਿਸਾਸ ਹੁੰਦਾ ਹੈ ਕਿ ਮੇਰੇ ਅੰਦਰ ਅਕਾਲ ਪੁਰਖ ਬੈਠਾ ਹੈ। ਫਿਰ ਜਿਹੜੀਆਂ ਮੈਂ ਦੇ ਨਾਲ ਐਸੋਸੀਏਟਿਡ ਲਿਮਿਟੇਸ਼ਨਸ, ਵੀਕਨੈਸਸ, ਜਿਹੜੇ ਸਾਡੇ ਔਗੁਣ ਮੈਂ ਦੇ ਨਾਲ ਸੰਬੰਧਿਤ ਹਨ, ਉਹ ਆਪਣੇ ਆਪ ਖਤਮ ਹੋ ਜਾਂਦੇ। ਇਹ ਮਿਹਰ ਦੇ ਖੰਡ ਦੀ ਗੱਲ ਹੈ। ਮਿਹਰ ਦੀ ਅਵਸਥਾ ਉਹ ਹੈ ਕਿ ਜਦੋਂ ਇੱਕ ਇਨਸਾਨ ਨੂੰ ਆਪਣੇ ਆਪ ਦਾ ਵਿਚਾਰ ਹੀ ਭੁੱਲ ਗਿਆ ਕਿ ਮੈਂ ਕੌਣ ਹਾਂ, ਮੈਂ ਕੀ ਕਰ ਸਕਦਾ ਹਾਂ, ਕੀ ਨਹੀਂ ਕਰ ਸਕਦਾ, ਮੇਰੇ ਕੀ ਗੁਣ ਹਨ, ਮੇਰੇ ਕੀ ਔਗੁਣ ਹਨ। ਜਿਵੇਂ ਆਪਾਂ ਭਾਈ ਬਚਿੱਤਰ ਸਿੰਘ ਦੀ ਹੁਣੇ ਗੱਲ ਕੀਤੀ ਹੈ, ਉਹ ਦੁਨੀ ਚੰਦ ਤੇ ਕਹਿੰਦਾ ਜੀ ਮੈਂ ਕਿੱਦਾਂ ਹਾਥੀ ਦਾ ਮੁਕਾਬਲਾ ਕਰ ਸਕਦਾ, ਉਹਨੇ ਮੈਂ ਦੇ ਪੱਧਰ ਉੱਤੇ ਗੱਲ ਕੀਤੀ। ਤੇ ਭਾਈ ਬਚਿੱਤਰ ਸਿੰਘ ਨੇ ਗੱਲ ਕੀਤੀ ਹੈ ਥਾਪੜੇ ਦੀ ਪੱਧਰ ਉੱਤੇ, ਵੀ ਜੇ ਤੁਹਾਡਾ ਥਾਪੜਾ ਹੈ ਤਾਂ ਫਿਰ ਇੱਕ ਹਾਥੀ ਕੀ ਤੇ ਭਾਵੇਂ 20 ਹਾਥੀ ਆ ਜਾਣ। ਉਹਨਾਂ ਨੇ ਕਰਕੇ ਦਿਖਾਇਆ। ਔਰ ਇੱਕ ਹੋਰ ਬੜੀ ਛੋਟੀ ਜਿਹੀ ਚੀਜ਼ ਇਤਿਹਾਸ ਦੀ ਨਾਲ ਬੜੀ ਇੰਟਰਸਟਿੰਗ, ਦਿਲਚਸਪ ਸਾਡੇ ਸਾਹਮਣੇ ਆਉਂਦੀ ਹੈ ਕਿ ਜਦੋਂ ਭਾਈ ਬਚਿੱਤਰ ਸਿੰਘ ਤਿਆਰ ਹੋਏ ਨੇ ਤੇ ਨਾਲ ਉਹਨਾਂ ਦਾ ਭਰਾ ਉਦੈ ਸਿੰਘ ਵੀ ਤਿਆਰ ਹੋ ਗਿਆ। ਪਰ ਇਹ ਕਹਿ ਕੇ ਨਹੀਂ ਤਿਆਰ ਹੋਇਆ ਕਿ ਹਾਥੀ ਨੂੰ ਮਾਰਨ ਲਈ ਬਚਿੱਤਰ ਸਿੰਘ ਨੂੰ ਮੇਰੀ ਹੈਲਪ ਦੀ ਲੋੜ ਨਹੀਂ। ਉਹਨੂੰ ਪਤਾ ਹੈ ਇਹਦੇ ਪਿੱਠ ਉੱਤੇ ਥਾਪੜਾ ਹੈ, ਇਹਨੂੰ ਹੁਣ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ। ਕਿਉਂਕਿ ਹੁਣ ਇਹ ਤਾਂ ਇਦਾਂ ਹੈ ਜਿਵੇਂ ਅਕਾਲ ਪੁਰਖ ਨੇ ਆਪ ਇਹ ਲੜਾਈ ਲੜਨੀ, ਕਿਉਂਕਿ ਵਿੱਚ ਬਚਿੱਤਰ ਸਿੰਘ ਤਾਂ ਮੰਨਫੀ ਹੋ ਗਿਆ। ਤੇ ਉਦੈ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਥਾਪੜਾ ਦਿਓ, ਮੈਂ ਜਾ ਕੇ ਕੇਸਰੀ ਚੰਦ ਦਾ ਸਿਰ ਲਾ ਕੇ ਲੈ ਆਵਾਂ। ਦੋਨੋਂ ਭਰਾ ਗਏ ਤੇ ਦੋਨੇ ਇਹ ਜਿਹੜੇ ਕੰਮ ਕਰਨੇ ਸੀ ਦੋਨੇ ਕਰ ਵੀ ਦਿੱਤੇ ਉਹਨੇ। ਤਾਂ ਇਹ ਅਵਸਥਾ ਹੈ ਮਿਹਰ ਦੀ, ਜਿੱਥੇ ਇਨਸਾਨ ਦੇ ਅੰਦਰ ਆਪਣਾ ਆਪ ਮਰ ਕੇ ਉਹਨੂੰ ਇਹ ਭੁੱਲ ਜਾਵੇ ਕਿ ਮੇਰੇ ਅੰਦਰ ਹੋਰ ਵੀ ਕੋਈ ਮੈਂ ਨਾਮ ਦੀ ਵੀ ਕੋਈ ਚੀਜ਼ ਹੈ। ਉੱਥੇ ਸਿਰਫ ਅਕਾਲ ਪੁਰਖ ਦਾ ਹੀ ਅਹਿਸਾਸ ਰਵੇ ਕਿ ਜਿਹੜਾ ਅਕਾਲ ਪੁਰਖ ਨੇ ਕਰਨਾ ਹੈ ਉਹ ਅਕਾਲ ਪੁਰਖ ਦੇ ਥਾਪੜੇ ਦੇ ਨਾਲ ਹੀ ਸਭ ਕੁਝ ਹੋ ਜਾਣਾ ਹੈ। ਤੇ ਮੈਨੂੰ ਨਾ ਇਹ ਸੋਚਣ ਦੀ ਲੋੜ ਹੈ ਕਿ ਮੇਰੇ ਸਰੀਰ ਵਿੱਚ ਕਿੰਨਾ ਬਲ ਹੈ, ਮੇਰੀਆਂ ਬਾਹਾਂ ਵਿੱਚ ਕਿੰਨਾ ਬਲ ਹੈ, ਮੇਰੇ ਕੋਲ ਹਥਿਆਰ ਕਿਹੜਾ ਹੈ, ਫਿਰ ਉਹਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ। ਇਹੀ ਯੋਧੇ ਮਹਾਬਲੀ ਤੇ ਸੂਰਮਿਆਂ ਦੀ ਪਹਿਚਾਣ ਹੁੰਦੀ ਹੈ। ਸੂਰਮੇ ਕਦੀ ਸਰੀਰ ਦੇ ਬਲ ਨਾਲ ਨਹੀਂ ਬਣਦੇ, ਮਾਫ ਕਰਨਾ, ਉਹ ਮਾਨਸਿਕ ਬਲ ਨਾਲ ਵੀ ਨਹੀਂ ਬਣਦੇ, ਉਹ ਆਤਮਿਕ ਬਲ ਨਾਲ ਬਣਦੇ ਨੇ। ਔਰ ਆਤਮਿਕ ਬਲ ਦਾ ਹੀ ਅਸਰ ਹੁੰਦਾ ਹੈ। ਅਸੀਂ ਪਿੱਛੇ ਬੜੀ ਚਰਚਾ ਹੋਈ ਸੀ, ਪਾਕਿਸਤਾਨ ਦੇ ਇੱਕ ਜਨਰਲ ਨੇ ਕਿਤਾਬ ਲਿਖੀ ਸੀ, ਉਹ ਕਹਿੰਦਾ ਹੈ ਕਿ ਸਾਨੂੰ ਤਾਂ ਜਦੋਂ ਸਿੱਖ ਰੈਜੀਮੈਂਟ ਦੇ ਜਕਾਰੇ ਦੀ ਆਵਾਜ਼ ਸੁਣਦੀ ਸੀ ਤੇ ਸਾਡੇ ਸਾਥੀਆਂ ਦੇ, ਸਾਡੇ ਸਿਪਾਹੀਆਂ ਦੇ ਹੌਸਲੇ ਹੀ ਉੱਤੇ ਹੋ ਜਾਂਦੇ। ਹੁਣ ਇੱਥੇ ਮਾਨਸਿਕਤਾ ਕੀ ਕਰੇਗੀ? ਉਹਨਾਂ ਨੇ ਭਲਾ ਮਾਨਸਿਕਤਾ ਨਹੀਂ ਦਿਖਾਈ ਹੋਣੀ, ਸਿਖਾਈ ਹੋਣੀ ਆਪਣੇ ਸਿਪਾਹੀਆਂ ਨੂੰ। ਆਤਮਿਕ ਬਲ ਦੇ ਸਾਹਮਣੇ ਕੋਈ ਨਹੀਂ ਖੜ ਸਕਦਾ। ਜੋਧ ਮਹਾਬਲ ਸੂਰ ਦਾ ਅਰਥ ਹੀ ਇਹ ਹੁੰਦਾ ਹੈ
ਇਹ ਅਵਸਥਾ ਹੈ ਜਦੋਂ ਇਨਸਾਨ ਦੇ ਅੰਦਰ ਦੇ ਸਭ ਔਗਣ, ਕਮੀਆਂ, ਮੈਂ, ਮੇਰੀ, ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ। ਕੇਵਲ ਤੇ ਕੇਵਲ ਰਾਮ ਰਹਾ ਭਰਪੂਰ ਦੀ ਅਵਸਥਾ ਆ ਜਾਂਦੀ ਹੈ। ਸਤਿਗੁਰਾਂ ਨੇ ਅੱਗੇ ਐਗਜ਼ਾਮਪਲ ਉਦਾਹਰਣ ਸਾਨੂੰ ਦਿੱਤੀ ਵੀ ਹੈ ਅਗਲੀ ਪੌੜੀ ਦੇ ਵਿੱਚ ਜਾ ਕੇ, ਕਿ ਜਿਸ ਤਰ੍ਹਾਂ ਸੋਨੇ ਨੂੰ ਕੋਠਾਲੀ 'ਚ ਪਾ ਕੇ ਸ਼ੁੱਧ ਕੀਤਾ ਜਾਂਦਾ। ਸੋਨੇ ਦਾ ਔਖਾ ਸਮਾਂ ਉਦੋਂ ਤੱਕ ਹੀ ਹੈ ਜਦੋਂ ਤੱਕ ਉਹਦੇ ਅੰਦਰ ਅਸ਼ੁੱਧੀਆਂ ਹੈਗੀਆਂ, ਖੋਟ ਹੈ। ਉਦੋਂ ਤੱਕ ਭੁੜਕਦਾ ਵੀ ਰਹਿੰਦਾ ਹੈ, ਉਹਦੇ ਕੋਲੋਂ ਸੇਕ ਸਹਾਰਿਆ ਵੀ ਨਹੀਂ ਜਾਂਦਾ, ਉਛਲਦਾ ਹੈ, ਬਾਹਰ ਡਿੱਗਣ ਨੂੰ ਕਰਦਾ, ਭੱਜਣ ਦਾ ਕਰਦਾ ਹੈ। ਪਰ ਸੁਨਿਆਰਿਆਂ ਨੂੰ ਪੁੱਛ ਕੇ ਵੇਖੋ, ਜਦੋਂ ਖੋਟ ਖਤਮ ਹੋ ਗਈ ਤਾਂ ਫਿਰ ਅੱਗ ਭਾਵੇਂ ਕਿੰਨੀ ਤੇਜ਼ ਹੋ ਜਾਏ, ਫਿਰ ਸੋਨਾ ਭੁੜਕਦਾ ਹੈ, ਉਹ ਸ਼ਾਂਤ ਹੋ ਜਾਂਦਾ। ਇਹ ਇਸ ਤਰ੍ਹਾਂ ਦੀ ਅਵਸਥਾ ਜੋ ਹੈ ਕਿ ਜਦੋਂ ਅੰਦਰੋਂ ਔਗਣ ਮਿਟ ਗਏ, ਉਹ ਅਕਾਲ ਪੁਰਖ ਅੰਦਰ ਵਸ ਗਿਆ, ਇਹ ਉਸ ਦੇਵੀ ਅਕਾਲੀ ਮਿਹਰ ਦੀ ਨਿਸ਼ਾਨੀ ਹੈ। ਫਿਰ ਬੰਦਾ ਸ਼ਾਂਤ ਹੋ ਜਾਂਦਾ। ਫਿਰ ਭਾਵੇਂ ਕੋਈ ਪੋਟੇ ਕੱਟੇ, ਬੰਦ ਕੱਟੇ, ਭਾਵੇਂ ਕੋਈ ਖੋਪੜੀਆਂ ਉਤਾਰੇ, ਜਾਂ ਸਰੀਰ ਦੇ ਉੱਤੋਂ ਜੰਬੂਰਿਆਂ ਦੇ ਨਾਲ ਮਾਸ ਕੁੱਟ ਦੇਵੇ, ਫਿਰ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨੂੰ ਆਪਣਾ ਆਪ ਤਾਂ ਦਿਸ ਹੀ ਨਹੀਂ ਰਿਹਾ। ਜਦ ਸਰੀਰ ਮੇਰਾ ਨਹੀਂ ਹੈ, ਇਹ ਸਭ ਕੁਝ ਅਕਾਲ ਪੁਰਖ ਦਾ ਹੈ, ਤਾਂ ਫਿਰ ਉਹ ਵੀਕਨੈਸ ਕਿੱਥੋਂ ਆਉਣੀ? ਤਾਂ ਇਹ ਖੋਟ ਨਿਕਲ ਕੇ ਸ਼ੁੱਧ ਹੋ ਜਾਣ ਦੀ ਅਵਸਥਾ ਹੈ। ਇਉਂ ਕਹੀਏ ਕਿ ਖੋਟੇ ਸੋਨੇ ਤੋਂ ਸ਼ੁੱਧ ਬਣਨ ਦਾ ਜਿਹੜਾ ਖੰਡ ਹੈ, ਉਹ ਕਰਮ ਖੰਡ ਹੈ। ਤੇ ਜਦੋਂ ਸੋਨਾ ਸ਼ੁੱਧ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹਦੇ ਨਾਲ ਕੀ ਕੀਤਾ ਜਾਂਦਾ ਹੈ, ਆਪਾਂ ਸਾਰੇ ਜਾਣਦੇ ਹਾਂ। ਫਿਰ ਉਹਦਾ ਇੱਕ ਬੜਾ ਸੁੰਦਰ ਜਿਹਾ ਗਹਿਣਾ ਬਣਦਾ ਹੈ। ਪਹਿਲੇ ਉਹ ਸੋਨਾ ਹੁੰਦਾ ਹੈ, ਫਿਰ ਉਹ ਗਹਿਣਾ ਹੋ ਜਾਂਦਾ ਹੈ, ਫਿਰ ਉਹ ਉਸ ਅਵਸਥਾ ਦੇ ਵਿੱਚ ਆ ਜਾਂਦਾ ਹੈ ਜਿਹਦੇ ਵਿੱਚ ਉਹਨੇ ਫਾਈਨਲੀ ਜਾ ਕੇ ਢਲਣਾ ਸੀ। ਇਹ ਹੁਣ ਉਹ ਅਵਸਥਾ ਆ ਗਈ ਜਦੋਂ ਸਾਡਾ ਖੋਟਾ ਮਨ ਇਹਨਾਂ ਸਾਰੀਆਂ ਅਵਸਥਾਵਾਂ ਦੇ ਚੋਂ ਲੰਘ ਕੇ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਕਿ ਜਿੱਥੇ ਹੁਣ ਸੋਨਾ ਗਹਿਣਾ ਬਣਨ ਲਈ ਤਿਆਰ ਹੈ। ਉਹਦੇ ਚੋਂ ਸਾਰੇ ਖੋਟ ਦੂਰ ਹੋ ਚੁੱਕੇ ਹਨ। ਹੁਣ ਅੰਦਰ ਬਸ ਸੋਨਾ ਹੀ ਸੋਨਾ ਹੈ, ਰਾਮ ਰਿਹਾ ਭਰਪੂਰ। ਜਿਨ ਕੈ ਰਾਮ ਵਸੈ ਮਨ ਮਾਏ, ਤੇ ਸੱਚਾ ਮਨ ਸੋਏ, ਤਿੱਥੈ ਹੋਰ ਨਾ ਕੋਈ ਹੋਰ। ਬਸ ਇਹੀ ਅਵਸਥਾ ਹੈ ਜਿਹਨੂੰ ਸਤਿਗੁਰਾਂ ਨੇ ਕਰਮ ਖੰਡ ਕਿਹਾ ਹੈ। ਕਿਉਂਕਿ ਅਸੀਂ ਮਿਹਨਤ ਕਰਕੇ ਭਾਂਡਾ ਤਾਂ ਬਣਾ ਸਕਦੇ ਹਾਂ, ਉਹਨੂੰ ਅੱਡ ਵੀ ਸਕਦੇ ਹਾਂ, ਪਰ ਦਾਤ ਤੇ ਮਿਹਰ ਨਾਲ ਹੀ ਮਿਲਣੀ ਹੈ। ਜਦੋਂ ਰਾਮ ਦੇ ਅੰਦਰ ਭਰਪੂਰ ਹੋਣ ਦੀ ਵਾਰੀ ਆਣੀ ਹੈ, ਉਹ ਕੇਵਲ ਤੇ ਕੇਵਲ ਮਿਹਰ ਦੇ ਨਾਲ ਹੀ ਬਣਨੀ ਹੈ, ਉਸ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ। ਇਸ ਕਰਕੇ ਸਤਿਗੁਰਾਂ ਨੇ ਇਹਨੂੰ ਕਰਮ ਖੰਡ ਦਾ ਨਾਮ ਦਿੱਤਾ ਹੈ। ਜੋ ਸਤਿਗੁਰਾਂ ਨੇ ਇਸ ਪੌੜੀ ਦੇ ਵਿਚਾਰ ਕਰਦੇ ਆ ਸਮਝ ਦਿੱਤੀ, ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਬਹੁਤ ਕਮੀਆਂ ਰਹਿ ਗਈਆਂ ਹੋਣਗੀਆਂ, ਗਲਤੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਇਹ ਤੇ ਬਹੁਤ ਗੈਰ ਗੰਭੀਰ ਵਿਸ਼ਾ ਹੈ ਜਿਹੜਾ ਕਿਸੇ ਮਨੁੱਖ ਦੇ ਵੱਸ ਦਾ ਨਹੀਂ ਹੈ ਕਿ ਉਹ ਵਿਚਾਰ ਕਰ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ। ਸਮਾਂ ਹੈ ਸਾਡੇ ਕੋਲ, ਕੁਛ ਹੋਰ ਵਿਚਾਰ ਅਸੀਂ ਇਹਦੇ ਬਾਰੇ ਕਰ ਲਈਏ। ਦਰਅਸਲ ਇਹ ਖੰਡਾਂ ਨੂੰ ਸਮਝਣਾ ਜਾਂ ਚਿੱਤਰਨਾ ਜਾਂ ਆਪਣੇ ਖਾਕੇ ਬਣਾਉਣੇ ਜਾਂ ਨਕਸ਼ੇ ਬਣਾਉਣੇ, ਇਹ ਸਾਡੀਆਂ ਦਿਮਾਗੀ ਗੱਲਾਂ, ਦਿਮਾਗੀ ਸੋਚ ਹੈ। ਬਹੁਤ ਸਾਰੇ ਲੋਕ ਇਹਦੇ ਚਿੱਤਰ ਜੇ ਬਣਾ ਕੇ ਵੀ ਦਿਖਾਉਂਦੇ ਨੇ, ਇੱਥੋਂ ਚੱਲਦੇ ਹਾਂ ਜੀ, ਇੱਥੋਂ ਪਹੁੰਚ ਜਾਂਦੇ ਹਾਂ ਇਸ ਤਰ੍ਹਾਂ। ਕਿਉਂਕਿ ਮੈਂ ਆਪ ਕਿਸੇ ਕੋਲੋਂ ਇਹ ਚਿੱਤਰ ਬਣੇ ਹੋਏ ਦੇਖੇ ਜੀ, ਇੱਥੋਂ ਧਰਮ ਖੰਡ ਹੈ ਜੀ, ਇਹ ਫਲਾਣਾ ਖੰਡ ਹੈ। ਅਸਲ 'ਚ ਸਾਡੇ ਦਿਮਾਗ ਦੀਆਂ ਗੱਲਾਂ ਨੇ। ਇਹ ਸਾਡੀ ਵਿਦਵਤਾ ਦੀ ਕਹਾਣੀ ਸਾਰੀ ਜਿਹੜੀ ਅਸੀਂ ਕਰਦੇ ਹਾਂ। ਇਹ ਪਰ ਇੱਕ ਅਸਲ 'ਚ ਜੇ ਗੱਲ ਕਰੀਏ, ਇੱਕ ਵਿਚਿੱਤਰ ਕਲਾ ਹੈ। ਜੇ ਮੈਂ ਦੂਜੇ ਲਫ਼ਜ਼ਾਂ 'ਚ ਗੱਲ ਕਰਾਂ ਵੀ ਇਹ ਖੰਡ ਵਿਚਿੱਤਰ ਕਲਾ ਹੈ, ਜਿਹਨੂੰ ਕੇਵਲ ਵਾਹਿਗੁਰੂ ਦੇ ਨਾਮ ਵਿੱਚ ਪਰੋਤੇ ਹੋਏ ਸੀਤੋ ਸੀਤੇ ਹਨ, ਜਿਹਨੂੰ ਅਸੀਂ ਗੱਲ ਕਰਦੇ ਹਾਂ, ਜਿਹਨੂੰ ਕੇਵਲ ਵਾਹਿਗੁਰੂ ਦੇ ਨਾਮ 'ਚ ਪਰੋਤੇ ਹੋਏ, ਨਾਮ ਦੇ ਰੰਗ ਵਿੱਚ ਚਲੂਲੇ ਹੋਏ, ਜਿਹਨੂੰ ਗੁਰਮੁਖ ਲਾਲੋ ਲਾਲ ਅਸੀਂ ਗੱਲ ਕਰਦੇ ਹਾਂ। ਕਿ ਜਿਹੜੇ ਗੁਰਮੁਖ ਲਾਲੋ ਲਾਲ ਹੈ ਦੀ ਗੱਲ ਜਿਹੜੀ ਅਸੀਂ ਕਰਦੇ ਹਾਂ ਨਾ, ਉਹ ਕੀ ਹੈ? ਇਹੋ ਹੀ ਹੈ ਵੀ ਜਿਉਂ ਰੰਗ ਮਜੀਠ ਸੋ, ਉਹਨਾਂ ਦੇ ਜਿਵੇਂ ਰੰਗ ਮਜੀਠ ਸਾ ਚੜਾਓ, ਜਿਵੇਂ ਮਜੀਠ ਦਾ ਰੰਗ ਚੜ੍ਹਦਾ, ਤਿਵੇਂ ਇਹ ਉਹ ਅਵਸਥਾ ਹੈ
ਇੱਕ ਸੁੰਬੇ ਵਾਲੇ ਰੰਗ ਦੀ ਇੱਥੇ ਕਹਾਣੀ ਮੁੱਕ ਜਾਂਦੀ ਹੈ। ਤੇ ਖੰਡਾਂ ਦੀ ਜਿਹੜੀ ਗੱਲ ਹੈ, ਇਹ ਤਾਂ ਪ੍ਰੇਮ ਪ੍ਰੇਮ ਠਗੋਰੀ ਪਾਏ ਰਿਜ਼ਾਏ, ਗੋਬਿੰਦ ਮਨ ਮੋਹਿਆ ਜੀਓ ਹੈ। ਇਹ ਪ੍ਰੇਮ ਦੀ ਠਗੋਰੀ ਹੈ, ਭਾਵ ਇਹ ਪ੍ਰੇਮ ਦੀ ਖੇਡ ਹੈ। ਇਹ ਸਾਰੀ ਖੇਡ ਪ੍ਰੇਮ ਦੀ ਹੈ। ਇੱਥੇ ਦਲੀਲਾਂ ਅਪੀਲਾਂ, ਸਾਡੇ ਵਿਚਾਰ, ਸਾਡੇ ਆਪਣੇ ਮਨੋਕਲਪਤ ਗੱਲਾਂ, ਹਾਂ ਅਸੀਂ ਸਮਝ ਦਾ ਯਤਨ ਕਰ ਰਹੇ ਹਾਂ, ਲੇਕਿਨ ਜੇ ਅਸੀਂ ਇਹ ਕਹੀਏ ਵੀ ਅਸੀਂ ਇਹਨਾਂ ਨੂੰ ਬਿਆਨ ਕਰ ਦਿਆਂਗੇ, ਤਾਂ ਮੇਰੇ ਹਿਸਾਬ ਦੇ ਨਾਲ ਜੋ ਮੈਨੂੰ ਸਮਝ ਆਉਂਦੀ ਵੀ ਨਾਮੁਮਕਿਨ ਜੀ ਬਾਤ ਹੈ, ਕਿਉਂਕਿ ਇਸ ਅਵਸਥਾ ਨੂੰ ਮਾਨ ਕੇ ਫਿਰ ਬਿਆਨ ਕੀਤਾ ਵੀ ਨਹੀਂ ਜਾ ਸਕਦਾ, ਮਾਣੀ ਜਾ ਸਕਦੀ ਹੈ। ਇਹ ਤਾਂ ਬਦੋ ਕੀ ਨਾ ਹੋ ਰੋੜ ਮਾਧੋ ਮੋਸਿਓ, ਇਹ ਤਾਂ ਉਹ ਅਵਸਥਾ ਹੈ। ਤੋ ਇੱਥੇ ਪੜ ਕੇ ਕੌਣ ਗੱਲਾਂ ਕਰਦਾ ਹੈ? ਇੱਥੇ ਤਾਂ ਮੇਰੇ ਸੁੰਦਰ ਸਵਾਮੀ ਦੇ ਸੋਹਣੇ ਦਰਸ਼ਨ ਹੋ ਜਾਂਦੇ ਨੇ, ਮੂੰਹ ਚੋਂ ਮਿੱਠੇ ਬੋਲ ਨਿਕਲਦੇ ਆ, ਬਸ ਕੀ ਹੋਂ ਬਿਸਮ ਪਈ ਜੀ, ਹਰ ਦਰਸ਼ਨ ਦੇਖ ਅਪਾਰਾ। ਇਹ ਅਵਸਥਾ ਹੈ, ਮੇਰਾ ਸੁੰਦਰ ਸਵਾਮੀ ਜੀ ਹੋਂ ਚਰਨ ਕਮਲ ਪਗ ਛਾਰਾ। ਇਹ ਉਹ ਅਵਸਥਾ ਹੈ। ਇਹਨਾਂ ਖੰਡਾਂ ਵਿੱਚ ਇਹ ਜ਼ਿਕਰ ਹੈ। ਇਹ ਠੀਕ ਹੈ, ਅਸੀਂ ਉਹਨੂੰ ਕਹਿੰਦੇ ਗਿਆਨ ਆਉਂਦਾ, ਪ੍ਰਾਣਾ ਆਉਂਦਾ, ਬਦਲੀ ਆਉਂਦੀ, ਇਕੱਠੀਆਂ ਹੀ ਸਾਰੀਆਂ ਜਦੋਂ ਕਿਰਪਾ ਹੋਣੀ ਹੈ ਨਾ, ਮਾਲਕ ਦੀ ਕਿਰਪਾ ਹੋਣੀ, ਉਦੋਂ ਹੀ ਇਸ ਖੰਡਾਂ ਦੇ ਵਿੱਚ ਅਸੀਂ ਅੱਗੇ ਨੂੰ ਤੁਰਦੇ ਹਾਂ। ਇਹ ਤਾਂ ਅਮਰ, ਜਿਹਨੂੰ ਅਮਿਓ ਰਸ ਹੀ ਕਹਿੰਦੇ, ਗੁਰਬਾਣੀ ਚ ਹੁੰਦਾ ਨਾ ਅਮਿਓ ਰਸ, ਇਹ ਉਹ ਅਮਿਓ ਰਸ ਹੈ ਜੋ ਅੰਮ੍ਰਿਤ ਦਾ ਦਾਤਾ ਆਪ ਹੀ ਬਖਸ਼ਦਾ ਹੈ। ਬਸ ਇਹ ਕਹੀਏ ਵੀ ਉਹ ਵਾਹਿਗੁਰੂ ਆਪ ਬਖਸ਼ਦਾ ਹੈ। ਇੱਥੇ ਤਾਂ ਉਹ ਗੁਰਬਾਣੀ ਚ ਕਹਿੰਦਾ ਬੁੱਧ ਬਦਲੀ ਸਿੱਧ ਪਾਈ। ਇਹ ਉਹ ਅਵਸਥਾ ਦੀ ਗੱਲ ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ, ਬੁੱਧ ਬਦਲੀ ਸਿੱਧ ਪਾਈ। ਜਦੋਂ ਇਹ ਅਵਸਥਾ, ਜਦੋਂ ਬੁੱਧ ਬਦਲ ਜਾਵੇ, ਉਹਦੇ ਮਗਰੋਂ ਹੀ ਇਹ ਗੁੱਝੇ ਭੇਦ ਦਾ ਸਾਨੂੰ ਪਤਾ ਲੱਗਦਾ ਹੈ। ਬੁੱਧ ਜੇ ਬਾਹਰ ਮੁਖੀ ਹੈ, ਜਿੱਥੇ ਉਹ ਘੜੀਏ ਸੁਰਤ ਮਤ ਮਨ ਬੁੱਧ ਦੀਆਂ ਗੱਲਾਂ ਕਿਉਂ ਆਈਆਂ ਸੀ, ਇੱਥੇ ਗੱਲ ਸੀ ਵੀ ਬੁੱਧ ਬਦਲੀ ਸਿੱਧ ਪਾਈ। ਬੁੱਧੀ ਬਦਲੀ ਤੇ ਸਿੱਧੀ ਪਾਈ। ਜੇ ਬੁੱਧੀ ਨਹੀਂ ਬਦਲੀ ਤੇ ਕੁਝ ਵੀ ਨਹੀਂ ਹੋਇਆ। ਬਾਹਰ ਮੁਖੀ ਬੁੱਧੀ ਜਦੋਂ ਅੰਤਰਮੁਖੀ ਹੋ ਗਈ, ਸਭ ਕੁਝ ਦੇਖ ਲਿਆ, ਫਿਰ ਦੇਖੇ ਨੂੰ ਉਹ ਬਿਆਨ ਨਹੀਂ ਕਰ ਸਕਦਾ, ਕਿਉਂਕਿ ਅੰਦਰ ਵੇਖਿਆ, ਕਿਉਂਕਿ ਉਹਦਾ ਰੂਪ ਕੋਈ ਨਹੀਂ, ਉਹਦਾ ਰੰਗ ਕੋਈ ਨਹੀਂ, ਉਹਦਾ ਆਕਾਰ ਕੋਈ ਨਹੀਂ। ਇਸ ਕਰਕੇ ਉਹ ਅਵਸਥਾ ਨੂੰ ਮਾਣਿਆ ਜਾ ਸਕਦਾ ਹੈ। ਕਈ ਜਿਗਿਆਸੂ ਆਮ ਤੌਰ ਤੇ ਕਹਿੰਦੇ ਆ ਕੋਈ ਖੰਡ ਨਹੀਂ ਜੀ, ਇਹ ਅਲੰਕਾਰ ਬਣਨ ਲਈ ਪੰਜਾਂ ਖੰਡਾਂ ਦਾ ਵਰਣਨ ਕੀਤਾ ਗਿਆ ਹੈ। ਇਹ ਵਿਚਾਰ ਗੁਰਬਾਣੀ ਸਾਰ ਕੋ ਠੀਕ ਵੀ ਨਹੀਂ ਹੈ ਨੇ। ਅਵਸਥਾ ਬਣਦੀਆਂ ਨੇ, ਅਵਸਥਾ ਹੁੰਦੀਆਂ ਨੇ, ਜਿਨ੍ਹਾਂ ਨੇ ਮਾਣੀਆਂ ਉਹ ਜਾਣਦੇ ਨੇ ਇਹ ਗੱਲ। ਇਹਨਾਂ ਖੰਡਾਂ ਦੀ ਵਾਸਤਵ ਹੋਂਦ ਹੈ। ਗੁਰਬਾਣੀ ਨੇ ਗੱਲ ਜੇ ਲਿਖੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ, ਤਾਂ ਐਵੇਂ ਨਹੀਂ ਲਿਖੀ ਵੀ ਉਹਨਾਂ ਅਵਸਥਾਵਾਂ ਦਾ ਜ਼ਿਕਰ ਜਿਹੜਾ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਕੀਤਾ, ਐਵੇਂ ਨਹੀਂ ਕੀਤਾ। ਇਹ ਤਾਂ ਇਉਂ ਕਹਿ ਲਈਏ, ਇੱਕ ਓੰਕਾਰ ਦਾ ਜੋ ਸਤ ਸਰੂਪ ਹੈ, ਉਹਦਾ ਨਜ਼ਾਰਾ ਹੈ, ਜਿਹਨੂੰ ਅਸੀਂ ਇਹ ਗੱਲ ਦੂਜੇ ਲਫ਼ਜ਼ਾਂ 'ਚ ਕਹਿ ਲਈਏ, ਇੱਕ ਓੰਕਾਰ ਜਿੱਥੋਂ ਅਸੀਂ ਮੂਲ ਮੰਤਰ ਸ਼ੁਰੂ ਕੀਤਾ ਸੀ ਨਾ, ਇਹ ਉਹਦਾ ਸਤ ਸਰੂਪ ਹੈ, ਜਿਹੜਾ ਇਹ ਅਵਸਥਾ ਦੀ ਗੱਲ ਗੁਰੂ ਪਾਤਸ਼ਾਹ ਕਹਿੰਦੇ ਹਨ। ਤਾਂ ਇਹ ਫਿਰ ਜਿਵੇਂ ਅਸੀਂ ਕਹਿੰਦੇ ਆ, ਜਿਉਂ ਪਸਰੀ ਸੂਰਜ ਕਿਰਨ ਜੋਤ, ਤਿਉਂ ਘਟ ਘਟ ਰਮਈਆ ਓਤ ਪੋਤ ਦਿਖਦਾ ਹੈ। ਫਿਰ ਜਿਵੇਂ ਸੂਰਜ ਦੀ ਕਿਰਨ ਹਰ ਥਾਂ ਤੇ ਰੋਸ਼ਨੀ ਦਿੰਦੀ ਹੈ ਨਾ, ਜਿਹੜੇ ਇਸ ਅਵਸਥਾ ਤੇ ਪਹੁੰਚਦੇ ਨੇ ਉਹ ਰਮਈਏ ਨੂੰ ਹਰ ਥਾਂ ਤੇ ਦੇਖਦੇ ਨੇ, ਉਸ ਮਾਲਕ ਨੂੰ ਹਰ ਥਾਂ ਤੇ ਦੇਖਦੇ ਨੇ। ਫਿਰ ਉੱਥੇ ਵਿਤਕਰੇ ਦੀਆਂ ਕੰਧਾਂ ਦੀਵਾਰਾਂ ਟੁੱਟ ਜਾਂਦੀਆਂ, ਉਹਨਾਂ ਨੂੰ ਜੀਵਨ ਦਾ ਮਕਸਦ ਸਮਝ ਆ ਚੁੱਕਾ ਹੁੰਦਾ ਹੈ ਵੀ ਅਸੀਂ ਸੰਸਾਰ 'ਚ ਕਵਨ ਕਾਰਜ ਜਗ ਪੀਤਰ, ਕਿਉਂ ਸਿਰਜੇ ਜਗ ਪੀਤਰ, ਕਵਨ ਕਾਜ ਸਿਰਜੇ ਜਗ ਪੀਤਰ, ਕਿਹੜੇ ਕੰਮ ਲਈ ਜਗ 'ਚ ਆਏ ਸੀ, ਇਹ ਮੈਨੂੰ ਸਮਝ ਆ ਚੁੱਕਾ ਹੁੰਦਾ ਹੈ। ਤਾਂ ਸਤਿਗੁਰੂ ਜੀ ਨੇ ਇਹਨਾਂ ਅਗੰਮੀ ਖੰਡਾਂ ਦੀ ਗੱਲ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਵੀ ਇਹਨੂੰ ਬਿਆਨ ਅੱਖਰਾਂ ਨਾਲ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ। ਮੈਂ ਫਿਰ ਬੇਨਤੀ ਬਾਰ-ਬਾਰ ਇਹ ਗੱਲ ਕਰ ਰਿਹਾ, ਜੇ ਕੋਈ ਕਹੇ ਨਾ ਅਸੀਂ ਇਹਨੂੰ ਪੂਰੀ ਤਰ੍ਹਾਂ ਬਿਆਨ ਕਰ ਦਿਆਂਗੇ, ਤੇ ਮੈਂ ਤਾਂ ਖਾਮ ਹੱਥ ਜੋੜ ਕੇ ਮਾਫੀ ਮੰਗਦਾ ਵੀ ਨਹੀਂ ਕਰ ਸਕਦੇ, ਕਿਉਂਕਿ ਅਵਸਥਾ ਮਾਣੀ ਨਹੀਂ। ਜੇ ਅਸੀਂ ਮਾਣੀ ਹੋਵੇ ਤਾਂ ਅਸੀਂ ਕਹੀਏ ਅਸੀਂ ਯਤਨ ਕਰ ਰਹੇ ਹਾਂ ਵੀ ਅਸੀਂ ਇਸ ਪਾਸੇ ਨੂੰ ਲੱਗੀਏ, ਕਰੀਏ। ਇਹ ਸਾਡੇ ਯਤਨ ਨੇ। ਜਿਹੜੇ ਇਸ ਅਵਸਥਾ ਜਿਨ੍ਹਾਂ ਨੇ ਮਾਣੀ ਹੈ, ਧੰਤਾ ਦੇ ਯੋਗ ਨੇ, ਉਹਨਾਂ ਨੂੰ ਪਤਾ ਹੈ ਇਹਦਾ ਆਨੰਦ ਕੀ ਹੈ। ਤਾਂ ਇਹ ਅਸਲ 'ਚ ਇਹ ਸਰੀਰ ਰੂਪੀ ਸਾਡੀ ਜਿਹੜੀ ਗੁਫਾ ਨਾ, ਦੇ ਅੰਦਰ ਟੁੱਟ ਭੰਡਾਰੇ ਭਰੇ ਹੋਏ ਆ, ਜਾਂ ਕਰੀਏ ਅਕਾਲ ਪੁਰਖ ਜੀ ਆਪ ਅੰਦਰ ਬੈਠੇ ਹੋਏ ਨੇ।
ਦੂਜੇ ਲਫ਼ਜ਼ਾਂ 'ਚ ਅਸੀਂ ਇਹ ਲਫ਼ਜ਼ ਕਰ ਦਈਏ, ਬਸ ਅਸੀਂ ਉਹਨੂੰ ਦੇਖਦੇ ਨਹੀਂ। ਇਸੇ ਕਰਕੇ ਸਰੀਰ ਨੂੰ ਹਰਿਮੰਦਰ ਵੀ ਕਿਹਾ ਗਿਆ, ਹਰੀ ਦੇ ਵਸਣ ਦਾ ਘਰ ਕਿਹਾ ਗਿਆ ਸਰੀਰ ਨੂੰ। ਇਸ ਸਰੀਰ ਨੂੰ ਹਰਿਮੰਦਰ ਦੇ ਵੀ ਗੁਰੂ ਪਾਤਸ਼ਾਹ ਨੇ ਗੁਰਬਾਣੀ 'ਚ ਗੱਲ ਕੀਤੀ ਹੈ। ਤਾਂ ਹਰਿਮੰਦਰ ਕੀ ਹੈ? ਹਰੀ ਦਾ ਮੰਦਰ, ਹਰੀ ਦਾ ਰਹਿਣ ਦਾ ਘਰ। ਹਰੀ ਇੱਥੇ ਕੀ ਹੈ? ਇੱਥੇ ਅਣਗਿਣਤ ਧਰਤੀਆਂ, ਚੰਦਰਮਾ, ਸੂਰਜ, ਪੌਣ, ਪਾਣੀ, ਇਹਨਾਂ ਦੇ ਪ੍ਰਤੱਖ ਦਰਸ਼ਨ ਤਾਂ ਹੋ ਹੀ ਸਕਦੇ ਨੇ ਜੇਕਰ ਜੀਵ ਦੇ ਨੇਤਰਾਂ ਤੋਂ ਅਗਿਆਨਤਾ ਦੀ ਪੱਟੀ ਖੁੱਲ ਜਾਵੇ। ਜੀਵ ਦੇ ਨੇਤਰਾਂ ਤੋਂ ਅਗਿਆਨਤਾ ਦੀ ਪੱਟੀ, ਇਹਦੇ ਅੱਖਾਂ ਤੋਂ ਅਗਿਆਨਤਾ ਦੀ ਪੱਟੀ ਖੁੱਲ ਜਾਵੇ। ਬਖਸ਼ਿਸ਼ ਦਾ ਨਿਸ਼ਾਨ ਪੈਣ ਤੋਂ ਬਿਨਾ ਨੂਰੀ ਜੋਤ ਦੇ ਦਰਸ਼ਨ ਨਹੀਂ ਹੋ ਸਕਦੇ। ਬਸ ਬਖਸ਼ਿਸ਼ ਤੋਂ ਬਿਨਾ, ਉਸ ਬਖਸ਼ਿਸ਼ ਤੋਂ ਬਿਨਾ, ਅਖੀਰ ਰੱਖ ਕੇ ਗੱਲ ਬਖਸ਼ਿਸ਼ ਦੀ ਹੈ। ਉਹ ਜਿਹੜੀ ਅਗੰਮੀ ਜੋਤ ਹੈ, ਨੂਰੀ ਜੋਤ ਹੈ, ਉਹਦੇ ਦਰਸ਼ਨ, ਉਹਦੇ ਦੀਦਾਰ ਕਰਨ ਲਈ ਤਾਂ ਬਖਸ਼ਿਸ਼ ਬੜੀ ਜ਼ਰੂਰੀ ਚੀਜ਼ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਬਾਰ-ਬਾਰ ਬੇਨਤੀ, ਤਰਲੇ ਗੁਰਬਾਣੀ ਰਾਹੀਂ ਕਰਨ ਦੇ ਸਾਨੂੰ ਜੁਗਤੀ ਦੱਸੀ ਹੈ ਉਹਦੇ ਦਰਸ਼ਨਾਂ ਦੀ। ਉਸ ਵਾਹਿਗੁਰੂ ਜੀ ਦੇ, ਇਹ ਕਹਿ ਲਈਏ ਵੀ, ਕਿਉਂਕਿ ਉਹ ਅੱਖੜੀਆਂ ਹੋਰ ਨੇ ਜਿਨ੍ਹਾਂ ਦੇ ਨਾਲ ਅਸੀਂ ਦਰਸ਼ਨ ਕਰ ਸਕਦੇ ਹਾਂ। ਇਹ ਨਾਨਕ ਸੇ ਅੱਖੜੀਆਂ ਬਿਆਨ ਜਿਹਨੇ ਸੁਣਦੋ ਮਾਂ ਪਿਰੀ, ਵੀ ਅੱਖਾਂ ਹੋਰ ਨੇ ਜਿਨ੍ਹਾਂ ਦਾ ਦਿਸਣਾ। ਉਹ ਜਿਹਨਾਂ ਨੇ ਅੱਖਾਂ ਖੁੱਲ ਗਈਆਂ, ਉਹ ਫਿਰ ਦਿਨ ਰਾਤ ਉਹਦੀ ਸੇਵਾ 'ਚ ਜੁਟੇ ਰਹਿੰਦੇ ਨੇ। ਉਹਨਾਂ ਦਾ ਤਾਂ ਅਵਸਥਾ ਹੀ ਹੋਰ ਹੈ। ਸ਼ਬਦ ਸੁਰਤ ਦਾ ਮਾਰਗ ਜਿਹੜਾ ਹੈ, ਇਹਨੂੰ ਸਮਝਣ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਅੰਦਰ ਦੀਆਂ ਅੱਖਾਂ ਖੋਲਣ ਦੀ ਗੱਲ ਕੀਤੀ ਹੈ। ਇਹ ਸ਼ਬਦ ਸੁਰ ਦਾ ਜਿਹਨੂੰ ਮਾਰਗ ਅਸੀਂ ਕਹਿੰਦੇ ਹਾਂ, ਕਿਉਂਕਿ ਸਾਰੀ ਕਹਾਣੀ ਉਹ ਸਾਰੀ ਤੋਂ ਇਹ ਭਵਜਲ ਜਗਤ ਸ਼ਬਦ ਗੁਰ ਤਰੀਏ, ਅੰਤਰ ਕੀ ਦੁਬਦਾ ਅੰਤਰ ਜਰੀਏ। ਇਹ ਅਵਸਥਾ ਦੀ ਗੱਲ ਅਸੀਂ, ਗੁਰੂ ਪਾਤਸ਼ਾਹ ਸਾਨੂੰ ਜਿਹੜੀ ਹੈ ਗੱਲ ਸਮਝਾਉਂਦੇ ਨੇ। ਤੇ ਜਦੋਂ ਅਸੀਂ ਇਹ ਵੀ ਗੱਲ ਕਰਦੇ ਹਾਂ ਵੀ ਪੰਚ ਬਾਣ ਲੈ ਜਮ ਕੋ ਮਾਰੇ, ਗਗਨੰਤਰ ਧਨਕ ਚੜਾਇਆ, ਹੁਣ ਇੱਥੇ ਵੀ ਸੂਰਮੇ ਦੀ ਗੱਲ ਆ ਗਈ। ਮੌਤ ਨੂੰ ਤਾਂ ਮਖੌਲਾਂ ਕਰਦੇ ਨੇ ਸੂਰਮੇ। ਮੌਤ ਨੂੰ ਮਖੌਲ ਕਰਨੀ ਹੀ ਸੂਰਮਤਾਈ ਹੈ। ਮੈਂ ਬੇਨਤੀ ਕਰਦੇ ਹਾਂ, ਮੌਤ ਤੋਂ ਡਰ ਜਾਣਾ ਬੁਝਤਲੀ ਹੈ, ਕਮਜ਼ੋਰੀ ਹੈ। ਪਰ ਇਸ ਖੰਡ ਵਿੱਚ ਪਹੁੰਚਿਆ ਹੋਇਆ ਮੌਤ ਨੂੰ ਗਲੇ ਨਾਲ ਲਾਉਂਦਾ, ਆ ਜਾ ਜਦੋਂ ਮਰਜ਼ੀ ਆ, ਕੋਈ ਪਰਵਾਹ ਨਹੀਂ। ਮੌਤ ਦਾ ਡਰ ਖਤਮ ਹੋ ਚੁੱਕਾ ਹੁੰਦਾ, ਕਿਉਂਕਿ ਮੌਤ ਜੀਵਨ ਦੇ ਵਿੱਚ ਫਰਕ ਨਜ਼ਰ ਨਹੀਂ ਆਉਂਦਾ। ਨਾ ਜੀਵਨ ਤੇ ਮੌਤ, ਜੀਵਨ ਦੀ ਖੁਸ਼ੀ ਨਹੀਂ, ਮਰਨ ਦਾ ਗਮ ਨਹੀਂ। ਉੱਥੇ ਜਾਨੀ ਜੀਵਨ ਤੇ ਮੌਤ ਦਾ ਫਰਕ ਹੀ ਨਜ਼ਰ ਨਹੀਂ ਰਹਿੰਦਾ। ਉਹਨੂੰ ਲੱਗਦਾ ਵੀ ਇੱਥੇ ਜਿੰਨਾ ਕਿ ਮੈਨੂੰ ਮਾਲਕ ਨੇ ਸਮਾਂ ਬਖਸ਼ਿਆ, ਬਸ ਉਹ ਧਰਮ ਕਮਾਉਣ ਲਈ ਹੈ। ਉਹ ਧਰਮ ਕਮਾਉਣ ਆਉਂਦਾ, ਇੱਥੇ ਧਰਮ ਦੀਆਂ ਗੱਲਾਂ ਖੇਡਦਾ। ਜੇ ਇਹ ਗੱਲ, ਜੇ ਉਹਦਾ ਰਸ ਨਾ ਆਵੇ ਤਾਂ ਫਿਰ ਮੈਂ ਬੇਨਤੀ ਕਰਦੇ ਹਾਂ, ਫਿਰ ਗਿਆਨ ਥੋਥਾ ਹੁੰਦਾ, ਥੋਥਾ, ਜਿਹਨੂੰ ਅਸੀਂ ਗਿਆਨ ਦੀ ਗੱਲ ਕਰਦੇ ਨੇ। ਜਿਹੜੇ ਅੱਜ ਕੱਲ੍ਹ ਸਾਡੇ ਕੋਲ ਗਿਆਨਵਾਨ ਬਹੁਤ ਨੇ, ਲੇਕਿਨ ਜੇ ਰਸ ਨਹੀਂ ਮਾਣਿਆ ਤਾਂ ਉਹ ਗਿਆਨ ਸਾਨੂੰ ਹਉਮੈ ਦੀਆਂ ਦੀਵਾਰਾਂ ਵੱਡੀਆਂ ਕਰਦਾ, ਛੋਟੀਆਂ ਨਹੀਂ ਕਰਦਾ। ਉਹ ਗਿਆਨ ਜਿਹੜਾ ਹੈ ਹਉਮੈ ਦੀਆਂ ਦੀਵਾਰਾਂ ਨੂੰ ਮਜ਼ਬੂਤ ਕਰਦਾ ਹੈ। ਜਿਵੇਂ ਅਸੀਂ ਕੰਧਾਂ ਚਿਣ ਕੇ ਉਹਨੂੰ ਪਲਸਤਰ ਲਾ ਦਿੰਦੇ ਹਾਂ ਨਾ, ਤੇ ਉਹ ਗਿਆਨ ਫਿਰ ਪਲਸਤਰ ਲਾ ਕੇ, ਇਹ ਵੀ ਕਿਤੇ ਡਿੱਗ ਨਾ ਜਾਵੇ, ਕੰਧ ਟੁੱਟ ਨਾ ਜਾਵੇ। ਤੇ ਮੇਰੀ ਬੇਨਤੀ ਹੈ ਵੀ ਇਹ ਬਾਹਰਮੁਖੀ ਗਿਆਨ ਜਦੋਂ ਆ ਜਾਂਦਾ, ਤੇ ਇਹ ਅੰਤਰਮੁਖੀ ਜਦੋਂ ਸਾਡੇ ਅੰਦਰ ਕੁਝ ਵੀ ਨਹੀਂ ਹੈ, ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਵੀ ਇਹ ਹੁਣ ਪਲਸਤਰ ਲੱਗ ਗਿਆ, ਹੁਣ ਕੰਧ ਸ਼ਾਇਦ ਟੁੱਟੇਗੀ ਵੀ ਨਹੀਂ। ਜੇ ਇੱਥੇ ਫਿਰ ਗੁਰੂ ਹੀ ਤੋੜੇ ਤਾਂ ਤੋੜੇ, ਮਨੁੱਖ ਫਿਰ ਆਪਣੇ ਉਦਮ ਜਾਂ ਮਿਹਨਤ ਨਾਲ ਵੀ ਨਹੀਂ ਤੋੜ ਸਕਦਾ। ਉਹ ਗਿਆਨ ਇਹੋ ਜਿਹਾ ਨਹੀਂ। ਉਹ ਤਾਂ ਜੋ ਗੁਰੂ ਪਾਤਸ਼ਾਹ ਜੋ ਜਿਹਨੇ ਪ੍ਰਭ ਕੀਰਤਨ ਸਿੰਘ ਜੀ ਨੇ ਇੱਕ ਸ਼ਬਦ ਕੀ ਭਗਤ ਕਬੀਰ ਜੀ ਦਾ ਪੜ੍ਹਿਆ ਸੀ, ਦੇਖੋ ਭਾਈ ਗਿਆਨ ਕੀ ਆਈ ਆਂधी। ਤੇ ਆਂधी ਦੀ ਜਦੋਂ ਗੱਲ ਕੀਤੀ, ਹਨੇਰੀ ਕੀ ਹੁੰਦੀ ਹੈ? ਮਨੁੱਖ ਨੂੰ ਕਮਲਾ ਬਣਾਉਂਦੀ ਹੈ। ਮੈਨੂੰ ਤਾਂ ਕਹਿੰਦਾ ਹਨੇਰੀ ਆਈ, ਉਹ ਤਾਂ ਮੂੰਹ ਘੱਟਾ ਭਰ ਗਿਆ, ਸਭ ਕੁਝ ਆ ਗਿਆ। ਪਰ ਇੱਕ ਅਖੀਰ ਤੇ ਜਾ ਕੇ ਗੱਲ ਲਿਖੀ ਸੀ, ਆਂधी ਪਾਛੇ ਜੋ ਜਲ ਬਰਸੇ। ਵੀ ਜੇ ਮੀਂਹ ਪੈ ਜਾਏ, ਕਣੀਆਂ ਕਿਤੇ ਪੈ ਜਾਣ, ਤੇ ਹਨੇਰੀ ਜਿੰਨੀ ਮਰਜ਼ੀ ਆਈ ਜਾਏ, ਫਿਰ ਘੱਟਾ ਵੀ ਨਹੀਂ ਉੱਡਦਾ, ਤੇ ਸੁਹਾਣਾ ਜਿਹਾ ਮੌਸਮ ਬਣ ਜਾਂਦਾ। ਕਿੰਨਾ ਆਨੰਦ ਆ ਉਸ ਮੌਸਮ ਦਾ, ਕੋਈ ਪਰਵਾਹ ਨਹੀਂ ਉਸ ਹਨੇਰੀ ਦੀ, ਕੋਈ ਗੱਲਬਾਤ ਨਹੀਂ ਉਸ ਹਨੇਰੀ ਦੀ। ਜੇ ਗਿਆਨ ਦੇ ਵਿੱਚੋਂ ਉਹ ਗਿਆਨ ਨਹੀਂ ਆਇਆ ਜਿਹੜਾ ਮੀਂਹ ਹੈ, ਆਂधी ਪਾਛੇ ਜੋ ਜਲ ਬਰਸੇ, ਤਾਂ ਫਿਰ ਸਾਰੀ ਇਹ ਪਲਸਤਰ ਲਾਉਣ ਵਾਲੀ ਗੱਲ ਹੈ। ਫਿਰ ਬਾਹਰਮੁਖੀ ਗਿਆਨ ਹੈ। ਗਿਆਨ ਨਾਲ ਠੀਕ ਹੈ, ਸਾਨੂੰ ਭਰਮਾਂ ਵਹਿਮਾਂ ਪਖੰਡਾਂ ਦਾ ਗਿਆਨ ਹੋ ਗਿਆ, ਚੀਜ਼ਾਂ ਪਤਾ ਲੱਗ ਗਈਆਂ, ਗਲਤ ਨੇ, ਠੀਕ ਹੈ। ਪਰ ਮੇਰੀ ਬੇਨਤੀ ਹੈ ਵੀ ਇੱਥੇ ਥੋੜੀ ਇੱਥੇ ਸਿੱਖੀ ਖੜੀ ਹੋ ਜਾਂਦੀ ਹੈ। ਸਿੱਖੀ ਤਾਂ ਇੱਥੋਂ ਸ਼ੁਰੂ ਹੁੰਦੀ ਹੈ ਵੀ ਜੋ ਸਾਨੂੰ ਠੀਕ ਤੇ ਗਲਤ ਦਾ ਨਿਰਣਾ ਕਰਨਾ ਆ ਜਾਏ।
ਇੱਥੋਂ ਸਿੱਖੀ ਸ਼ੁਰੂ ਹੁੰਦੀ ਹੈ, ਸਿੱਖੀ ਤੇ ਖਤਮ ਨਹੀਂ ਹੁੰਦੀ। ਅਸੀਂ ਇੱਥੇ ਆ ਕੇ ਖਤਮ ਕਰ ਦਿੰਦੇ ਹਾਂ, ਬਸ ਜੀ ਇਹੋ ਹੀ ਸਭ ਕੁਝ ਹੈ। ਨਹੀਂ, ਸਿੱਖੀ ਦੀ ਸ਼ੁਰੂਆਤ ਇੱਥੋਂ, ਤੁਹਾਨੂੰ ਠੀਕ ਤੇ ਗਲਤ ਕਰਨ ਦਾ ਨਿਰਣਾ ਆ ਗਿਆ। ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਉੱਤੇ, ਕਿ ਸਾਨੂੰ ਠੀਕ ਜਾਂ ਗਲਤ ਕਰਨ ਦਾ ਪਤਾ ਲੱਗ ਗਿਆ। ਇਹ ਗਿਆਨ ਹੈ, ਠੀਕ ਤੇ ਗਲਤ ਕਰਨ ਦਾ ਪਤਾ ਲੱਗ ਜਾਣਾ, ਇਹ ਗਿਆਨ ਹੈ। ਤੇ ਇਸ ਗਿਆਨ ਦੇ ਵਿੱਚੋਂ ਫਿਰ ਧਿਆਨ ਨੇ ਜਨਮ ਲੈਣਾ ਹੈ। ਉਹ ਧਿਆਨ ਕੀ ਹੈ? ਉਹ ਵਿਚਾਰ ਹੈ। ਉਹ ਵਿਚਾਰ ਕੀ ਹੈ? ਉਹ ਜਲ ਹੈ। ਆਂਦੀ ਪਾਛੇ ਜੋ ਜਲ ਵਰਸੇ, ਉਹ ਮੀਂਹ ਦੀਆਂ ਕਣੀਆਂ ਨੇ। ਤੇ ਉਹ ਜਦੋਂ ਮੀਂਹ ਦੇ ਘੱਟਾ ਸਾਰਾ ਹੀ ਬੈਠ ਜਾਂਦਾ ਹੈ, ਹਉਮੈ ਦੀਆਂ ਸਭ ਕੰਧਾਂ ਕੁੰਧਾਂ ਟੁੱਟ ਜਾਂਦੀਆਂ ਨੇ। ਜਦੋਂ ਘੱਟਾ ਹੀ ਬੈਠ ਗਿਆ ਤੇ ਫਿਰ ਆਨੰਦ ਹੀ ਆਨੰਦ ਹੈ, ਫਿਰ ਖੇਡ ਹੀ ਖੇਡ ਹੈ। ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਬਾਹਰਮੁਖੀ ਗਿਆਨ ਦੀ ਕੋਈ ਵੈਲਿਊ ਨਹੀਂ ਸੀ। ਇਹ ਤਾਂ ਅਸਲ ਵਿੱਚ ਇਹ ਗੱਲ ਕਰ ਲਈਏ ਕਿ ਪ੍ਰਮਾਤਮਾ ਨੇ ਇਹ ਜੋ ਖੰਡ ਗੁਰੂ ਪਾਤਸ਼ਾਹ ਜੀ ਨੇ ਸਾਨੂੰ, ਗੁਰੂ ਨਾਨਕ ਸਾਹਿਬ ਨੇ ਦਿੱਤੇ, ਇਹ ਪ੍ਰਮਾਤਮਾ ਦੇ ਪ੍ਰਤੱਖ ਦਿਦਾਰੇ ਹਨ, ਦਰਸ਼ਨ ਹਨ। ਇਹਨਾਂ ਵਿੱਚੋਂ ਹੀ ਨਜ਼ਰ ਆਉਂਦਾ ਪ੍ਰਮਾਤਮਾ ਦਾ ਸਾਰਾ ਸਰੂਪ। ਕਿਆ ਕਮਾਲ ਦੀਆਂ ਖੇਡਾਂ ਗੁਰੂ ਸਾਹਿਬ ਜੀ ਨੇ ਇਹਨਾਂ ਖੰਡਾਂ ਵਿੱਚ ਵਰਣਨ ਕੀਤੀਆਂ। ਅਸੀਂ ਤਾਂ ਸੋਚਦੇ ਰਹਿ ਜਾਂਦੇ ਹਾਂ, ਸਾਡਾ ਦਿਮਾਗ ਵੀ ਉੱਥੇ ਤੱਕ ਨਹੀਂ ਜਾਂਦਾ ਜਿਹੜੀਆਂ ਗੱਲਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਖੰਡਾਂ ਦੇ ਵਿੱਚ ਵਰਣਨ ਕੀਤਾ। ਗੁਰੂ ਕਿਰਪਾ ਕਰੇ, ਸਾਡੇ ਤੇ ਰਹਿਮਤ ਦਾ ਹੱਥ ਰੱਖੇ, ਅਸੀਂ ਗਿਆਨ ਤੋਂ ਅੱਗੇ ਤੁਰਦੇ ਤੁਰਦੇ ਉਸ ਧਿਆਨ ਤੱਕ ਵੀ ਪਹੁੰਚ ਗਏ, ਤਦ ਕਿ ਸਾਡਾ ਵੀ ਲੋਕ ਪਰਲੋਕ ਸਹਿਲਾ ਹੋ ਜਾਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਰਾਜਾ ਸਿੰਘ ਜੀ।